वाहिगुरु जी का खालसा वाहिगुरु जी की फतेह। बहुत ही सत्कारयोग प्यारे बच्चे ਅਤੇ ਬੱਚਿਆਂ ਦੇ ਮਾਪੇ ਅਤੇ ਜਿੰਨੇ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸੇਵਾਦਾਰ ਵੀਰ ਹਨ, ਸਾਰੇ ਹੀ ਸੇਵਾਦਾਰ ਵੀਰਾਂ ਦਾ, ਬੱਚਿਆਂ ਦੇ ਮਾਪਿਆਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ, ਜੋ ਪਿਛਲੇ ਦਿਨਾਂ ਤੋਂ ਦੁਆਰਾ ਜ਼ੂਮ ਐਪ ਰਾਹੀਂ ਸਤ ਸੰਗਤ ਕਰਨ ਦਾ ਸੁਭਾਗ ਮਿਲਿਆ ਹੈ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਬਖਸ਼ਣ, ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਸੁਮਤ ਬਖਸ਼ੇ ਮਾਲਕ, ਚੜ੍ਹਦੀ ਕਲਾ ਬਖਸ਼ੇ, ਗੁਰਬਾਣੀ ਨਾਲ ਜੁੜਨ ਦਾ ਸੁਭਾਗ ਆ ਜਿਹੜਾ ਉਹ ਬਣਿਆ ਰਵੇ। ਅਸੀਂ ਰੋਜ਼ ਗੁਰਬਾਣੀ ਦੀਆਂ ਵਿਚਾਰਾਂ ਇੱਕ ਦੂਜੇ ਨਾਲ ਰਲ ਮਿਲ ਕੇ ਸਾਂਝੀਆਂ ਕਰਦੇ ਰਹੀਏ। ਆਓ ਸਾਰੇ ਬੱਚਿਆਂ ਨੂੰ ਪਿਆਰ, ਸਤਿਕਾਰ, ਪ੍ਰੇਮ ਦੇ ਨਾਲ ਗੁਰਫਤਿਹ ਦੀ ਸਾਂਝ ਪਾਈਏ। ਉਸ ਤੋਂ ਬਾਅਦ ਕੈਂਪ ਦੀ ਜਿਹੜੀ ਸ਼ੁਰੂਆਤ ਉਹ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਜਾਪ ਸੇਵਾ ਹੈ, ਪਰਮੀਤ ਸਿੰਘ ਜੀ, ਜ਼ੋਨ ਸ਼ੇਰਪੁਰ, EPP ਨੰਬਰ ਉਹਨਾਂ ਦਾ 13122 ਹੈ। ਬੇਟਾ ਪਰਮੀਤ ਸਿੰਘ, EPP ਨੰਬਰ 13122, ਜ਼ੋਨ ਸ਼ੇਰਪੁਰ, ਉਹ ਆਪਣੀ ਕੀਰਤਨ ਦੀ ਸੇਵਾ, ਵਾਹਿਗੁਰੂ ਜਾਪ ਦੀ ਸੇਵਾ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਬੇਟਾ ਜੀ ਨੇ ਜਪ ਦੀ ਸੇਵਾ ਨਿਭਾਈ ਹੈ। ਸੋ ਅੱਗੇ ਕੀਰਤਨ ਦੀ ਸੇਵਾ ਰਮਨਜੋਤ ਕੌਰ, EPP ਨੰਬਰ 11757, ਜ਼ੋਨ ਮਹਿਲ ਕਲਾਂ, ਉਹ ਨਿਭਾਉਣਗੇ। ਰਮਨਜੋਤ ਕੌਰ, ਮਹਿਲ ਕਲਾਂ ਜ਼ੋਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟਾ ਰਮਨਜੋਤ ਕੌਰ ਜੋਨ ਮਹਿਲ ਕਲਾਂ ਦਾ, ਜਿਨ੍ਹਾਂ ਨੇ ਬੜਾ ਪਿਆਰਾ ਸ਼ਬਦ ਸਾਰੇ ਹੀ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦੇ ਸਮੁੱਚੀ ਸੰਗਤ ਦੇ ਸਨਮੁਖ ਪੇਸ਼ ਕੀਤਾ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਕਿੰਨੀ ਕੁ ਬਖਸ਼ਿਸ਼ ਹੈ ਸਾਧ ਸੰਗਤ ਵਿੱਚ, ਜਿਹਦੇ ਵਿੱਚ ਪਹੁੰਚਿਆਂ ਸਾਡੀ ਜ਼ਿੰਦਗੀ ਦੀ ਤਾਤ ਪਰਾਈ ਵਿਸਰ ਜਾਂਦੀ ਹੈ, ਈਰਖਾ ਬੈਰ ਵਿਰੋਧ ਖਤਮ ਹੋ ਜਾਂਦਾ ਹੈ। ਸੋ ਆਓ, ਭੈਣ ਜਸਪ੍ਰੀਤ ਕੌਰ ਸਾਡੇ ਨਾਲ ਜੁੜ ਚੁੱਕੇ ਹਨ, ਜੋ ਉਹਨਾਂ ਦਾ ਵਿਸ਼ਾ ਨਵਾਂ ਅਕਾਦਮਿਕ ਵਰ੍ਹਾ ਤੇ ਅਗਲਾ ਪੱਖਾ ਕੀ ਬਦਲਾਅ ਮੈਂ ਆਪਣੇ ਆਪ 'ਚ ਕਰਾਂ। ਸ਼ਾਇਦ ਜੋ ਸ਼ਬਦ ਬੱਚਿਆਂ ਨੇ ਪੇਸ਼ ਕੀਤਾ ਹੈਗਾ, ਇਹ ਸ਼ਬਦ ਮੇਲ ਖਾਂਦਾ, ਕਿਉਂਕਿ ਦਿਨਾਂ ਦੇ ਬਦਲ ਨੂੰ ਨਵਾਂ ਸਾਲ ਨਵਾਂ ਵਰ੍ਹਾ ਨਹੀਂ ਕਿਹਾ ਜਾਂਦਾ। ਡਾਇਰੀਆਂ ਛਪ ਜਾਂਦੀਆਂ, ਕੈਲੰਡਰ ਛਪ ਜਾਂਦੇ ਆ, ਪਰ ਆਪਣੀ ਜ਼ਿੰਦਗੀ 'ਚ ਕੀ ਬਦਲਾਅ ਕੀਤਾ, ਅਜੇ ਤੱਕ ਸੱਚਾਈ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲੋਕਾਂ ਤੋਂ ਤਾਤ ਪਰਾਈ ਤੋਂ ਖੜਾ ਨਹੀਂ ਛੁਡਾਇਆ ਗਿਆ। ਤੇ ਬਾਕੀ ਗੁਰੂ ਘਰ ਕਿਰਪਾ ਕਰੇ। ਤੇ ਭੈਣ ਜੀ ਨੂੰ ਬੇਨਤੀ ਹੈ ਵੀ ਆਪਣਾ ਜਿਹੜਾ ਵਿਸ਼ਾ ਹੈ, ਬੜਾ ਪਿਆਰਾ ਵਿਸ਼ਾ ਹੈਗਾ, ਨਵਾਂ ਅਕਾਦਮਿਕ ਵਰ੍ਹਾ ਕੀ ਬਦਲਾਅ ਮੈਂ ਆਪਣੇ ਆਪ ਵਿੱਚ ਕਰਾਂ। ਜੀ ਆਇਆਂ ਨੂੰ ਭੈਣ ਜੀ ਨੂੰ ਧੰਨਵਾਦ ਕੀਤਾ ਜਾਂਦਾ ਸਮੁੱਚੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ। ਚਲੋ ਭੈਣ ਜੀ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਮੇਰੀ ਆਵਾਜ਼ ਠੀਕ ਆ ਰਹੀ ਹੈ ਸਾਰਿਆਂ ਨੂੰ? ਹਾਂਜੀ ਭੈਣ ਜੀ ਠੀਕ ਆ ਰਹੀ ਹੈ। ਠੀਕ ਹੈ। ਤੁਸੀਂ ਕਈ ਇਹੋ ਜਿਹੇ ਬੱਚੇ ਹੋਣਗੇ ਇਹਨਾਂ ਵਿੱਚੋਂ ਜਿਨ੍ਹਾਂ ਨੇ ਮੈਨੂੰ ਪਛਾਣ ਲਿਆ ਹੋਣਾ। ਮੈਂ ਕੁਝ ਮਹੀਨੇ ਪਹਿਲੇ ਵੀ ਆਈ ਸੀ ਇੱਥੇ, ਇੱਕ ਟਾਕ ਦਿੱਤੀ ਸੀ। ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੀ ਉਹ ਟਾਕ ਸੀਗੀ ਉਹਦੇ ਵਿੱਚ ਤੁਸੀਂ ਕਿੰਨਾ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੈ। ਜੇ ਅਸੀਂ
5M ਦੀ ਗੱਲ ਕੀਤੀ ਸੀ, PPE ਕਿਟ ਦੀ ਗੱਲ ਕੀਤੀ ਸੀ, ਹੋਰ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ। ਮੈਨੂੰ ਚੈਟ ਬਾਕਸ ਵਿੱਚ ਪਹਿਲਾਂ ਲਿਖ ਕੇ ਇਹ ਦੱਸੋ ਤੁਸੀਂ ਉਹਦੇ ਵਿੱਚੋਂ ਕੀ ਕੰਮ ਕੀਤਾ ਹੈ। ਸਾਰੇ ਕੰਮ ਕੀਤੇ ਨੇ। all ਦਾ ਮਤਲਬ ਪਤਾ ਹੈ ਤੁਹਾਨੂੰ ਕੀ ਹੁੰਦਾ ਹੈ? all ਦਾ ਮਤਲਬ ਹੁੰਦਾ ਹੈ none। ਤੁਸੀਂ ਸਪੈਸੀਫਿਕਲੀ ਮੈਨੂੰ ਦੱਸੋ ਕੀ ਕੀਤਾ। ਦੋ ਕੰਮ ਕੀਤੇ, ਕਿਹੜੇ ਦੋ ਕੀਤੇ? 50% ਕੀਤਾ। ਓਕੇ ठीक है, थैंक यू। मीनिंग वाला कीता, पॉजिटिव थिंकिंग, वेरी गुड। देखो तुहानू पता है मैं साइकोलॉजिस्ट हैगी हाँ। जिवें साडा काम दिमाग काम करता है वो इस तरह काम करता है जे असी दसीए कि की कीता। जे असी कहने आ एवरीथिंग और ऑल तो दिमाग दा मतलब है कुछ भी नहीं कीता। जदों एक एक चीज असी फड़ के दसने आ तां पता लगता है कीता। जे तुहानू कोई पूछे तुसी पाठ कीता, हाँ जी सारे पाठ कर ले, और जो तुसी दसोगे कि मैं नितनेम दी बाणी कीती तां पता लगता है कि तुसी वाकई की कीता। ते जिहड़ा साडा ब्रेन है वो इस तरह नाल बनया होया है कि साडे जेहड़े दो भाग ने ब्रेन दे, लेफ्ट हेमिस्फेयर ते राइट हेमिस्फेयर, तुहानू पता होएगा सारियां नू। असी अपनी एजुकेशन करके असी बड़े वेस्टर्नाइज हो गया, उस करके जिहड़ा साडा लेफ्ट हेमिस्फेयर है, खब्बा जिहड़ा पासा है, वो ज्यादा एक्टिव हो गया। उस दे एक्टिव होने दे कारण जिहड़ा राइट हेमिस्फेयर है ਉਹ ਘਟ ਚੱਲਦਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਆ, ਜਦੋਂ ਅਸੀਂ ਗੁਰੂ ਨਾਲ ਜੁੜਦੇ ਆ, ਜਦੋਂ ਅਸੀਂ ਸਤਸੰਗ ਵਿੱਚ ਬੈਠਦੇ ਆ ਤਾਂ ਸਾਡਾ ਇਹ ਵਾਲਾ ਬ੍ਰੇਨ ਜਿਹੜਾ ਹੈ ਰਾਈਟ ਵਾਲਾ ਉਹ ਐਕਟੀਵੇਟ ਹੋ ਜਾਂਦਾ ਹੈ। ਉਸੇ ਨੂੰ ਐਕਟੀਵੇਟ ਕਰਨ ਦੀ ਸਾਨੂੰ ਬਹੁਤ ਲੋੜ ਹੈਗੀ ਹੈ। ਇਸ ਲਈ ਨਿਤਨੇਮ ਜ਼ਰੂਰੀ ਹੈ, ਇਸ ਲਈ ਬਾਣੀ ਜ਼ਰੂਰੀ ਹੈ, ਇਸ ਲਈ ਸਤਸੰਗ ਨਾਲ ਜੁੜਨਾ ਜ਼ਰੂਰੀ ਹੈ। ਵੀਰ ਜੀ ਨੇ ਹਾਲੇ ਕਿਹਾ ਤੇ ਮੈਂ ਤੁਹਾਨੂੰ ਸੋਚਿਆ ਕਿ ਇਹ ਗੱਲ ਸਭ ਤੋਂ ਪਹਿਲਾਂ ਦੱਸਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਇਹ ਤਾਂ ਤੁਹਾਨੂੰ ਆਲਰੇਡੀ ਪਤਾ ਚਲੀ ਗਿਆ ਹੈ। ਅਸੀਂ ਗੱਲ ਕਰਾਂਗੇ ਅੱਜ ਜਿਹੜਾ ਇਹ ਵਰਾ ਚੜਿਆ ਹੈ ਇਹਦੇ ਵਿੱਚ ਕੀ ਬਦਲਾਵ ਮੈਂ ਆਪਣੇ ਆਪ ਵਿੱਚ ਲੈ ਕੇ ਆਣਾ ਹੈ ਤੇ ਅਸੀਂ ਜਿਹੜਾ ਬਦਲਾਵ ਹੈ ਉਹ ਸਾਡੇ ਵਾਸਤੇ ਸਭ ਤੋਂ ਵੱਡੀ ਚੀਜ਼ ਕਿਉਂ ਬਣ ਗਈ। ਉਸ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਸਾਨੂੰ ਜ਼ਿੰਦਗੀ ਜੀਣ ਵਾਸਤੇ ਕਿਉਂ ਜਿਹੀਆਂ ਤਿੰਨ ਚੀਜ਼ਾਂ ਦੀ ਲੋੜ ਪੈਂਦੀ ਹੈ ਜੋ ਸਾਨੂੰ ਕਰਨੀਆਂ ਹੀ ਕਰਨੀਆਂ। ਇਹਨਾਂ ਨੂੰ ਇੰਗੇਜਮੈਂਟ ਪ੍ਰਿੰਸੀਪਲਸ ਵੀ ਕਿਹਾ ਜਾਂਦਾ ਹੈ। ਇੰਗੇਜਮੈਂਟ ਪ੍ਰਿੰਸੀਪਲਸ ਮਤਲਬ ਮੈਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜੀਣੀ ਹੈ। ਜੋ ਵੀ ਮੈਂ ਕੰਮ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਉਸ ਨੂੰ ਮੈਂ ਪੂਰਨ ਤਰੀਕੇ ਨਾਲ 100% ਕਿਸ ਤਰ੍ਹਾਂ ਕਰ ਸਕਦਾ ਹਾਂ ਉਹ ਅਸੀਂ ਸਿੱਖਣਾ ਹੈ। हर काम नू तुसी 100% इन्वॉल्व होके करना है। तुसी जब पिछली स्लाइड देखोगे तुसी बास्केटबॉल तुहानू दिसी होएगी इमेज जेड़ी सीगी। बास्केटबॉल क्यों इमेज सीगी? क्योंकि जो जेड़े स्पोर्ट्स पीपल होंदे ने, जेड़े खेडां विच होंदे ने, ओ इन्ने इन्वॉल्वड, इन्ने इंगेज्ड होंदे ने अपने काम विच कि उन्हां नू होर कुछ नहीं पता होंदा। जे ओलंपिक्स दी गेम होंदी है, इंडिया दा मैच होंदा है, ओ 4-4 साल 10-10 वरे ਤਿਆਰੀ ਕਰਦੇ ਨੇ ਉਸ 2 ਮਿੰਟ ਦੀ ਰੇਸ ਲਈ। 10 ਸਾਲ ਦੀ ਤਿਆਰੀ ਹੁੰਦੀ ਹੈ 2 ਮਿੰਟ ਦੀ ਰੇਸ ਵਾਸਤੇ। ਇਸ ਤਰ੍ਹਾਂ ਦਾ ਇੰਗੇਜਮੈਂਟ ਲੈਵਲ ਹੁੰਦਾ ਹੈ ਜਿਹੜੇ ਖੇਡ ਖੇਡਣ ਵਾਲੇ ਲੋਕ ਕਰਦੇ ਨੇ। ਇਸੇ ਤਰ੍ਹਾਂ ਦਾ ਇੰਗੇਜਮੈਂਟ ਲੈਵਲ ਅਸੀਂ ਹਰ ਇੱਕ ਡੋਮੇਨ ਵਿੱਚ, ਹਰ ਇੱਕ ਏਰੀਆ ਵਿੱਚ ਰੱਖਣਾ ਹੈ। ਉਸ ਇੰਗੇਜਮੈਂਟ ਵਾਸਤੇ ਸਾਨੂੰ ਤਿੰਨ ਚੀਜ਼ਾਂ ਦੀ ਬਹੁਤ ਲੋੜ ਹੈ। ਪਹਿਲੀ ਚੀਜ਼ ਜ਼ਿੰਮੇਵਾਰੀ। ਜ਼ਿੰਮੇਵਾਰੀ ਦਾ ਕੀ ਮਤਲਬ ਹੈ? ਜ਼ਿੰਮੇਵਾਰੀ ਦਾ ਮਤਲਬ ਹੈ ਅਸੀਂ ਉਹ ਸਹੀ ਕੰਮ ਕਰਨਾ ਜਦੋਂ ਸਾਨੂੰ ਕੋਈ ਵੀ ਨਹੀਂ ਵੇਖ ਰਿਹਾ। ਜੇ ਸਾਰਿਆਂ ਵਿੱਚ ਬਹਿ ਕੇ ਅਸੀਂ ਪਾਠ ਕਰ ਰਹੇ ਹਾਂ ਤਾਂ ਸਾਰੇ ਸਾਨੂੰ ਵੇਖ ਰਹੇ ਨੇ, ਪਰ ਜੇ ਤੁਸੀਂ ਕੋਈ ਨਹੀਂ ਵੀ ਹੈਗਾ ਜਾਂ ਤੁਸੀਂ ਵੀਡੀਓ ਤੇ ਨਹੀਂ ਵੀ ਹੈਗੇ ਹੋ ਫਿਰ ਵੀ ਤੁਸੀਂ ਪਾਠ ਕਰ ਰਹੇ ਹੋ, ਉਹ ਰਿਸਪੌਂਸਿਬਿਲਿਟੀ ਹੈ। ਜਦੋਂ ਕਿਸੇ ਨੇ ਤੁਹਾਨੂੰ ਕੋਈ ਕੰਮ ਕਿਹਾ ਕਿ ਤੁਸੀਂ ਇਹ ਕੰਮ ਕਰਨਾ ਹੈ, ਕੋਈ ਨਹੀਂ ਟੀਚਰ ਚਲੀ ਗਈ ਹੁਣ ਕੀ ਕਰਨਾ ਹੈ ਕਰਕੇ ਰਹਿਣ ਦੇ, ਟੀਚਰ ਭੁੱਲ ਗਈ ਹੋਣੀ ਹੈ, that is not complete responsibility। ਜ਼ਿੰਮੇਵਾਰੀ ਹੈ ਕਿ ਮੈਂ ਸਹੀ ਚੀਜ਼ ਹਰ ਵੇਲੇ ਉਹ ਕੰਮ ਕਰਾਂ ਜਿਹੜਾ ਮੈਨੂੰ ਦਿੱਤਾ ਗਿਆ ਹੈ, ਜਿਹੜਾ ਮੈਨੂੰ ਪਤਾ ਹੈ ਮੈਨੂੰ ਕਰਨਾ ਹੈ, ਜਦੋਂ ਮੈਨੂੰ ਕੋਈ ਨਹੀਂ ਵੀ ਵੇਖ ਰਿਹਾ। ਜੇ ਕੋਈ ਵੇਖ ਰਿਹਾ ਤਾਂ ਸਾਰੇ ਕੰਮ ਹੋ ਜਾਂਦੇ ਨੇ, ਜਦੋਂ ਕੋਈ ਨਹੀਂ ਵੇਖ ਰਿਹਾ ਤਾਂ ਕੰਮ ਕਰਨਾ ਸਭ ਤੋਂ ਜ਼ਰੂਰੀ ਹੈ। ਇੰਟੈਗ੍ਰਿਟੀ। ਇੰਟੈਗ੍ਰਿਟੀ ਦਾ ਮਤਲਬ ਕੀ ਹੋਇਆ? ਜੋ ਮੈਂ ਕਿਹਾ
ਉਹ ਮੈਂ ਕਰਨਾ ਹੈ। ਜੋ ਮੇਰੇ ਸ਼ਬਦ ਨੇ ਉਹੀ ਮੈਂ ਹਾਂ। ਤੁਸੀਂ ਕੋਈ ਵੀ ਸਾਡੇ ਗੁਰੂ ਮਹਾਰਾਜ ਦੀ ਸਾਖੀ ਕੱਢੋ, ਉਹਨਾਂ ਦੀ ਬਾਇਓਗ੍ਰਾਫੀ ਦੇਖੋ, ਤੁਹਾਨੂੰ ਇੰਟੈਗ੍ਰਿਟੀ ਸਭ ਤੋਂ ਟੌਪ ਤੇ ਮਿਲੇਗੀ। ਜੋ ਉਹਨਾਂ ਨੇ ਕਿਹਾ ਉਹ ਉਹਨਾਂ ਨੇ ਕੀਤਾ। ਸਾਡੇ ਤਾਂ ਇਤਿਹਾਸ ਵਿੱਚ ਅੱਜ ਤੱਕ ਇਹੋ ਜਿਹੇ ਇੰਨੇ ਲੋਕ ਹੋਏ ਨੇ ਜਿਨ੍ਹਾਂ ਨੇ ਇੰਟੈਗ੍ਰਿਟੀ ਨਾਲ ਜੀਵਨ ਜੀਆ। ਤੇ ਮੈਂ ਜਿੱਥੇ ਬਹੁਤ ਲੋਕਾਂ ਨੂੰ ਮਿਲਦੀ ਆ, ਨੈਸ਼ਨਲੀ ਵੀ ਇੰਟਰਨੈਸ਼ਨਲੀ ਵੀ, ਹੁਣ ਜ਼ੂਮ ਦੇ ਥਰੂ ਹੋਰ ਬਹੁਤ ਸਾਰੇ ਲੋਕ ਕਨੈਕਟ ਹੋਏ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ, ਇੰਟੈਗ੍ਰਿਟੀ ਜਿਹੜੀ ਹੈਗੀ ਅੱਜ ਦੇ ਸਮਾਂ ਵਿੱਚ ਇਹ ਸਭ ਤੋਂ ਘੱਟ ਹੈ ਲੋਕਾਂ ਵਿੱਚ। ਤਾਂ ਹੀ ਲੋਕ ਇੰਨੇ ਸਫਰ ਕਰ ਰਹੇ ਨੇ, ਤਾਂ ਹੀ ਕੋਈ ਬਦਲਾਵ ਨਹੀਂ ਆ ਰਿਹਾ, ਕਿਉਂਕਿ ਆਪਣੀ ਅਪਗ੍ਰੇਡੇਸ਼ਨ ਨਹੀਂ ਹੋ ਰਹੀ। ਤੁਹਾਡੇ ਕੋਲ ਸਮਾਰਟਫੋਨ ਹੈਗਾ, ਤੁਸੀਂ ਉਹਨਾਂ ਦਾ ਸੌਫਟਵੇਅਰ ਅਪਡੇਟ ਕਰਦੇ ਹੋ ਨਾ ਸਮਾਰਟਫੋਨ ਦਾ, ਉਹ ਤੁਹਾਨੂੰ ਆਪ ਕਹਿ ਦਿੰਦਾ ਹੈ ਟਾਈਮ ਟੂ ਅਪਡੇਟ ਦਾ ਫੋਨ। ਤੁਸੀਂ ਫੋਨ ਅਪਡੇਟ ਕਰਦੇ ਹੋ, ਆਪਣੇ ਆਪ ਨੂੰ ਅਸੀਂ ਕਦੀ ਅਪਗ੍ਰੇਡ ਹੀ ਨਹੀਂ ਕਰਦੇ। ਜਿਵੇਂ ਚੱਲਦੇ ਆ ਰਹੇ ਹਾਂ ਉਵੇਂ ਹੀ ਚੱਲਦੇ ਰਵਾਂਗੇ। ਉਸ ਲਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਹੈ ਇੰਟੈਗ੍ਰਿਟੀ। ਇੰਟੈਗ੍ਰਿਟੀ मतलब जो मैं किया वो मैं जरूर करनी है। मैं अपना शब्द हाँ, जो मैं बोलता वो मैं करना ही करना है। ते तीजी चीज सत्कार, आदर, रिस्पेक्ट सारियां वास्ते, चीज़ां वास्ते, लोकां वास्ते, ओकेजन्स वास्ते, इवेंट्स वास्ते। तुसी आजकल सैमीनार फिर अटेंड करे हो, मैनू पता लग्या कि तुसी आप किया है कि ए सानू बहुत चंगा लग्या, होर 10 दिन वास्ते साडे वास्ते लेके आओ। तुहाडी ट्रस्ट जिहड़ी हैगी है ओ ए उपराला कर रही है, तुसी की यूटिलाइजेशन कर रहे हो उसका, रिस्पेक्ट कर रहे हो तुसी जो तुहानू मिलिया उस चीज का। जिहड़ी एयर तुसी ब्रीथ करदे हो, ऑक्सीजन तुसी ब्रीथ करदे हो, ओदी रिस्पेक्ट हैगी है। ਇਹ ਤਿੰਨੋਂ ਚੀਜ਼ਾਂ ਜਦੋਂ ਸਾਡੇ ਕੋਲ ਹੁੰਦੀਆਂ ਨੇ ਤਾਂ ਸਾਡਾ ਇੰਗੇਜਮੈਂਟ ਦਾ ਇੱਕ ਟ੍ਰਾਇੰਗਲ ਬਣ ਜਾਂਦਾ ਹੈ, ਇੱਕ ਤਿਕੋਣ ਬਣ ਜਾਂਦਾ ਹੈ, ਜਿਹਦਾ ਮਤਲਬ ਕਿ ਅਸੀਂ ਕੋਈ ਵੀ ਗੱਲ ਹੈ ਉਹਨੂੰ ਭਾੜਾ ਸਮਝ ਕੇ ਮੰਨਣ ਲੱਗਦੇ ਆ ਪੂਰਾ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ। ਅਸੀਂ ਕੰਪਲੀਟਲੀ ਅਗਰੀ ਕਰਦੇ ਆ, ਮੰਨਦੇ ਆ, ਉਹਨੂੰ ਕੁਐਸਚਨ ਨਹੀਂ ਕਰਦੇ, ਕੋਈ ਵੀ ਸਵਾਲ ਨਹੀਂ ਚੱਕਦੇ। ਅਸੀਂ ਆਪਣੇ ਆਪ ਨੂੰ ਕਮਿਟ ਕਰ ਦਿੰਦੇ ਹਾਂ। ਕਮਿਟਮੈਂਟ ਤੋਂ ਬਾਅਦ ਇੰਟੈਗ੍ਰਿਟੀ ਹੋਰ ਵੀ ਪੱਕੀ ਹੋ ਜਾਂਦੀ ਹੈ। ਕਮਿਟ ਕਰਨਾ ਮੀਨਸ ਮੈਂ ਕਿਹਾ ਹੈ ਤੇ ਮੈਂ ਕਰਾਂਗੀ, ਕਮਿਟਮੈਂਟ ਹੈ। ਜੇ ਮੈਂ ਕਿਹਾ ਹੈ ਕਿ ਮੇਰੇ 80% ਆਣਗੇ ਤਾਂ 80% ਆਣਗੇ। ਜੇ ਮੈਂ ਟੀਚਰ ਨੂੰ ਕਿਹਾ ਹੈ ਕਿ ਮੈਂ ਹੋਮਵਰਕ ਅੱਜ 8:30 ਸਬਮਿਟ ਕਰਾਂਗੀ ਤਾਂ 8:30 ਤੋਂ ਪਹਿਲਾਂ ਭਾਵੇਂ 8:29 ਕਿਉਂ ਨਾ ਹੋਏ, ਮੇਰਾ ਹੋਮਵਰਕ ਟੀਚਰ ਕੋਲ ਪਹੁੰਚ ਜਾਏਗਾ, ਕਿਉਂਕਿ ਮੈਂ ਕਿਹਾ ਹੈ, ਮੇਰੀ ਕਮਿਟਮੈਂਟ ਹੈਗੀ ਹੈ। ਤੁਸੀਂ ਦੇਖੋ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਨਾਂ ਦੀ ਕਮਿਟਮੈਂਟ ਹੈ ਐਜੂਕੇਸ਼ਨ ਵਾਸਤੇ। ਉਹਨਾਂ ਨੇ ਪ੍ਰੋਜੈਕਟ ਲਿੱਤਾ ਹੈ ਐਜੂਕੇਟ ਪੰਜਾਬ ਪ੍ਰੋਜੈਕਟ। ਉਹ ਚਾਹੁੰਦੇ ਨੇ ਉਹ ਕਮਿਟਮੈਂਟ ਤੇ ਕਿਸ ਤਰ੍ਹਾਂ ਟਿਕੇ ਹੋਏ ਨੇ। ਦਿੱਕਤਾਂ ਨਹੀਂ ਆਉਂਦੀਆਂ, ਲੋਕੀ ਸਵਾਲ ਨਹੀਂ ਪੁੱਛਦੇ, ਕਰੋਨਾ ਨਹੀਂ ਆਇਆ, ਕਿਸੇ ਵੀ ਚੀਜ਼ ਨੇ ਉਹਨਾਂ ਨੂੰ ਰੋਕਿਆ ਨਹੀਂ। ਇੰਨੀ ਉਹਨਾਂ ਦੀ ਹਾਈ ਕਮਿਟਮੈਂਟ ਹੈ। ਜਦੋਂ ਤੁਹਾਡੀ ਕਮਿਟਮੈਂਟ ਹਾਈ ਹੁੰਦੀ ਹੈ, ਤੁਸੀਂ ਮੰਨ ਕੇ ਚੱਲਦੇ ਹੋ ਤਾਂ ਤੁਹਾਡੀ ਜ਼ਰੂਰ ਤੁਸੀਂ ਡਿਲੀਵਰ ਕਰੋਗੇ ਹੀ ਕਰੋਗੇ। ਜੋ ਰਿਜ਼ਲਟ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਮਿਲੇਗਾ ਹੀ ਮਿਲੇਗਾ। ਹੋ ਹੀ ਨਹੀਂ ਸਕਦਾ ਕਿ ਜੋ ਤੁਸੀਂ ਚਾਹ ਰਹੇ ਹੋ ਉਹ ਨਾ ਹੋ। ਇੱਕ ਤੁਸੀਂ ਆਪਣੇ ਆਪ ਨੂੰ ਪੂਰਾ ਤਰੀਕੇ ਨਾਲ ਅਗਰੀਮੈਂਟ ਵਿੱਚ ਲਿਆਣਾ ਹੈ, ਮੰਨਣ ਵਿੱਚ ਲਿਆਣਾ ਹੈ, ਤੁਸੀਂ ਕਮਿਟ ਕਰਨਾ ਹੈ ਆਪਣੇ ਆਪ ਨੂੰ, ਤੇ ਤੁਸੀਂ ਹਮੇਸ਼ਾ ਸਦਾ ਲਈ ਡਿਲੀਵਰ ਕਰਦੇ ਰਹੋਗੇ। ਪਰ ਸਾਨੂੰ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਚੈਲੰਜ ਆਂਦਾ ਹੈ ਉਹ ਕੀ ਆਂਦਾ ਹੈ? ਇਹ ਤੇ ਚਲੋ ਠੀਕ ਹੈ, ट्रायंगल हो गया, इंगेजमेंट हो गए, 3 प्रिंसिपल्स हो गए। सब तो वड्डा चैलेंज साडे वास्ते की है? सब तो वड्डा चैलेंज साडे वास्ते है चेंज, बदलाव। एक बहुत ही वड्डे साइकोलॉजिस्ट होए ने यूएस दे, ਉਹ ਇੱਕ ਵਾਰੀ ਉਹਨਾਂ ਨੇ ਕਿਸੇ ਨੂੰ ਕਿਹਾ, ਕਿਸੇ ਨਾਲ ਗੱਲ ਕਰ ਰਹੇ ਸੀ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਸਭ ਤੋਂ ਵੱਡਾ ਜਿਹੜਾ ਡਰ ਹੈ ਉਹ ਕੀ ਹੈ? ਤੇ ਅੱਗੇ ਉਹਨਾਂ ਨੇ ਕਿਸੇ ਨੇ ਕਿਹਾ ਕਿ ਇਹ ਹੋਏਗਾ ਡਰ, ਫਲਾਈਟ ਵਿੱਚ ਜਾਣਾ ਹੋਏਗਾ ਡਰ, ਪਬਲਿਕ ਸਪੀਕਿੰਗ ਡਰ ਹੋਏਗਾ। ਉਹਨਾਂ ਨੇ ਕਿਹਾ ਨਹੀਂ, ਸਭ ਤੋਂ ਵੱਡਾ ਜਿਹੜਾ ਡਰ ਹੈ ਉਹ ਹੈ ਫੀਅਰ ਆਫ ਦੀ ਅਨਨੋਨ। ਅੱਗੇ ਕੀ ਹੋਣ ਵਾਲਾ ਹੈ ਉਸ ਦਾ ਜਿਹੜਾ ਡਰ ਹੈ ਉਹ ਸਭ ਤੋਂ ਵੱਡਾ ਹੈ ਸਾਰਿਆਂ ਦੇ ਦਿਮਾਗ ਵਿੱਚ। ਜਦੋਂ ਤੁਹਾਨੂੰ ਪਤਾ ਨਹੀਂ ਕੀ ਹੋਏਗਾ, ਜਦੋਂ ਲਾਸਟ ਈਅਰ ਇਹਨਾਂ ਦਿਨਾਂ 'ਚ
लॉकडाउन शुरू होया ਅਸੀਂ ਸਾਰੇ ਘਬਰਾ ਗਏ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਹੁਣ ਅੱਗੇ ਕੀ ਹੋਏਗਾ। ਇਸੇ ਤਰ੍ਹਾਂ ਚੇਂਜ ਜਿਹੜਾ ਹੈ, ਬਦਲਾਵ ਜਿਹੜਾ ਹੈ, ਉਹ ਸਾਡੇ ਵਾਸਤੇ ਬਹੁਤ ਫੀਅਰਫੁਲ ਹੈ। ਕਿਉਂ? ਕਿਉਂਕਿ ਨਹੀਂ ਪਤਾ ਕਿ ਜੇ ਅਸੀਂ ਬਦਲ ਜਾਈਏ ਤਾਂ ਕੀ ਹੋਏਗਾ। ਪਰ ਉਹਦੇ ਨਾਲ ਨਾਲ ਚੇਂਜ ਜਿਹੜਾ ਹੈ ਉਹ ਜ਼ਰੂਰੀ ਵੀ ਹੈ। क्यों जरूरी है चेंज? बदलाव इसलिए जरूरी है क्योंकि वो नियम है, कुदरत का नियम है कि बदलाव होना ही होना है। तुसी इत्थे देखो जे तुहाडे सामने तुहानू इमेज दिस रही है, तुहानू 4 डिफरेंट इत्थे सीजन दिखणगे। उन्हां 4 सीजन्स नाल नेचर बदलदी रहंदी है। कुदरत अलग अलग रंग लैके आंदी है हर एक ऋतु नाल। इस वेले केड़ी ऋतु चल रही है मैनू दसो, तुहानू पता है कि केड़ी ऋतु विच असीं हैगे आ? नेचर देखो तुसीं, तुहानू ऋतु पता लगेगी। असीं बसंत ऋतु विच हैगे आ। तुहानू फुल दिसणगे, तुहानू ग्रीनरी दिसेगी। ए जिहड़ा टाइम चल रहा है वो है। उस तो बाद असीं समझ विच आवांगे, गर्मियां आ जाणगियां। स्प्रिंग इज ऑन, दैट्स राइट। तो चेंज जिहड़ा है वो नैचुरल है। असी एज ह्यूमन बीइंग्स अगर चेंज नू रेजिस्ट करांगे तो साडा नुकसान है, क्योंकि चेंज तो हो ही रहा है। तुसी पत्तियां नू यह नहीं कह सकते कि तुसी चढ़ो ना, तुसी फुल्लां नू नहीं कह सकते तुसी आओ ना। कणक बीजोगे तो तुसी यह नहीं कह सकते कि नहीं देखो कुछ होया ही नहीं, जमीन एवें दी एवें रहेगी। हो ही नहीं सकता। जे तुसी कुछ ना कुछ बीजोगे तो कुछ ना कुछ उगेगा जरूर। ऐ सानू सारियां नू पता है। फिर भी साडे वास्ते बदलाव जिहड़ा है वो बहुत बहुत मुश्किल हो जाता है। कुदरत विच कोई भी चीज तुसी देख लो वो बदलाव नाल चलदी है। कोई भी चीज, हुण साइंस तुसी देखो, असी प्लैनेट्स कीते जदों असी छोटे सीगे, मैनूं नहीं पता हुण तुसी आजकल की पढ़दे हो, पर जदों असी छोटे सी, जदों सानू सोलर सिस्टम फर्स्ट टाइम दस्सिया गया सी, सानू दस्सिया सी 9 प्लैनेट्स ने। प्लूटो प्लैनेट सीगा सोलर सिस्टम दा। हुण की हो गया? हुण प्लूटो प्लैनेट नहीं रह गया सोलर सिस्टम दा। हुण वो कह रहे ने 2 होर प्लैनेट ने जेड़े मार्स ते अर्थ दे विच हैगे ने, ओ प्लैनेट्स ने सोलर सिस्टम दे। चीज़ां बदलदियां हैं क्योंकि डिस्कवरी हुंदी है। जदों डिस्कवरी होंदी है सानू नवीं नवीं चीज़ां पता लगती है। जे अज भी तुसी यही पढ़ो कि सोलर सिस्टम विच 9 प्लैनेट्स हैं, तो वो आउटडेटेड इंफॉर्मेशन हैगी है, वो आज सच नहीं हैगी। सानू किस तरह पता लग्या? क्योंकि असी डिस्कवरी की थी, क्योंकि असी पता किया। इसे तरह जदों तुसी अपने बारे पता करोगे तां तुहानू बहुत डिस्कवरियां अपने बारे होणगियां। जिहड़ियां चीज़ां तुहाडे वास्ते नहीं हैगियां उन्हां नू ला के सुट दो, नवीं चीज़ां लो। नया वरा नवीं चीज़ां। कई लोग कहते ने इन्ने साल हो गए मैं तो इस तरह दा ही, मैं तो बदलिया ही नहीं। बदलना तो कुदरत का नियम है, बदलना सारियां नू है। टाइम नाल बदलना वो सब तो ज्यादा जरूरी है साडे वास्ते। सब तो जरूरी जिहड़ी चीज है वो तो असीं गल कीती चेंज दी हैगी है। बदलाव असीं हुण की करने आ? बदलाव करने आ दूजियां विच। वो गल इस तरह करदा है, वो कपड़े इस तरह पांदी है, वो इस तरह करदा है, वो उस तरह करदी है। साडा हमेशा जिहड़ा फोकस है वो रहिंदा है लोकां ते कि जे ओ बदल जाए तो मेरी जिंदगी ठीक हो जाएगी। जे होमवर्क घट मिले तो मैनू ठीक लगेगा, जे मैनू खेडण दो ज्यादा तो मैनू ठीक लगेगा। कोई ना कोई असी इहो जिहा रीजन एक्सक्यूज लभ लैने आ जो असी कहने आ कि चेंज किसने किने होना है, तुसी होना है। नहीं, सब तो मुश्किल साडे वास्ते जिहड़ा काम है वो है अपने विच बदलाव। जे तुसी ए कर सकदे हो तुहाडे आस-पास दीयां सारियां चीज़ां बदल जाणगियां, क्योंकि सारे दी सारी गल जिहड़ी है वो नजरिए दी है, एटीट्यूड दी है। जिवें तुसी चीज़ां देखदे हो उवें तुहानू चीज़ां दिसदियां। मैनू इस नाल एक स्टोरी याद आई, मेरे ख्याल में तुहाडे नाल पहला नहीं शेयर कीती। ये स्टोरी हैगी लंडन विच जिहड़ी ट्यूब जिहड़ी मेट्रो ट्रेन चलदी है लंडन विच, उहदी स्टोरी हैगी है। ते एक बारी की होया, एक स्टेशन ते गड्डी आके रुकी, ट्यूब आके रुकी। जदों ओ दरवाजा खुलिया तां एक बंदा उन्हां नाल 3 बच्चे उस बोगी विच एंटर होए।
ਸਵੇਰ ਦਾ ਟਾਈਮ ਸੀਗਾ, ਸਾਰੇ ਕੋਈ ਆਪਣਾ ਕਿਤਾਬ ਪੜ੍ਹ ਰਿਹਾ ਸੀ, ਕੋਈ ਕਾਫੀ ਪੀ ਰਿਹਾ ਸੀ, ਕੋਈ ਮਿਊਜ਼ਿਕ ਸੁਣ ਰਿਹਾ ਸੀ, ਕੋਈ ਮੈਡੀਟੇਸ਼ਨ ਕਰ ਰਿਹਾ ਸੀ, ਆਪਣੇ ਆਪਣੇ ਲੀਨ ਸੀਗੇ ਆਪਣੇ ਆਪਣੇ ਕੰਮਾਂ ਵਿੱਚ। ਤੇ ਇਹ 3 ਬੱਚੇ ਜਦੋਂ ਬੋਗੀ ਵਿੱਚ ਆਏ, ਆਂਦੇ ਹੀ ਉਹਨਾਂ ਨੇ ਬੜਾ ਸ਼ੋਰ ਮਚਾਤਾ, ਆਤੰਕ ਮਚਾਤਾ ਉਸ ਬੋਗੀ ਵਿੱਚ, ਸਾਰਿਆਂ ਨੂੰ ਤੰਗ ਕਰਨ ਲੱਗ ਗਏ, ਕਿਸੇ ਦਾ ਨਿਊਜ਼ਪੇਪਰ ਖਿੱਚ ਰਹੇ ਨੇ, ਕਿਸੇ ਦੀ ਚਾਹ ਡੁੱਲ ਗਈ, ਤੇ ਸਾਰੇ ਬੜੇ ਇਰੀਟੇਟ ਹੋਣ ਲੱਗੇ, ਸਾਰਿਆਂ ਨੂੰ ਗੁੱਸਾ ਆਉਣ ਲੱਗਿਆ ਕਿ ਇਹ ਹੋ ਕੀ ਰਿਹਾ। ਤੇ ਜਿਹੜਾ ਉਹਨਾਂ ਨਾਲ ਬੰਦਾ ਸੀਗਾ, ਦੀ ਐਡਲਟ ਮੈਨ ਹੂ ਵਾਸ ਵਿਦ them, ਉਹ ਥੱਲੇ ਸਿਰ ਕਰਕੇ ਬੈਠਾ ਰਿਹਾ। ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਬੱਚੇ ਕਿੰਨਾ ਸਭ ਨੂੰ ਪਰੇਸ਼ਾਨ ਕਰ ਰਹੇ ਨੇ, ਕੀ ਹੋ ਰਿਹਾ ਹੈ। ਉਹਨੇ ਹੀ ਪੇਡ ਨੋ ਅਟੈਂਸ਼ਨ ਟੂ ਇਟ। ਉਸ ਵੇਲੇ ਉਸ ਸਾਰੇ ਬੜੇ ਗੁੱਸੇ ਵਿੱਚ ਆ ਗਏ, ਤੇ ਉਹਨਾਂ ਨਾਲ ਜਿਹੜਾ ਇੱਕ ਹੋਰ ਬੰਦਾ ਬੈਠਾ ਸੀ, ਉਹਨਾਂ ਨੇ ਉਹਨੂੰ ਇਸ ਤਰ੍ਹਾਂ ਹਿਲਾਇਆ, ਉਹਨੇ ਕਿਹਾ, ਵੀਰ ਜੀ ਤੁਹਾਡੇ ਬੱਚੇ ਦੇਖੋ ਕਿੰਨਾ ਤੰਗ ਕਰ ਰਹੇ ਨੇ ਸਾਰਿਆਂ ਨੂੰ। ਤੇ ਵੀਰ ਜੀ ਨੇ ਆਪਣੀਆਂ ਅੱਖਾਂ ਚੱਕੀਆਂ, ਦੇਖੀਆਂ, ਕਹਿਣ ਲੱਗੇ, ਓਹੋ ਮੈਨੂੰ ਮਾਫੀ ਦੇ ਦਿਓ ਜੀ, ਐਕਚੁਅਲੀ ਗੱਲ ਇਹ ਹੈਗੀ ਕਿ ਮੈਂ ਇਸ ਸ਼ਹਿਰ ਦਾ ਨਹੀਂ ਹੈਗਾ, ਮੇਰੀ ਘਰਵਾਲੀ ਬਿਮਾਰ ਸੀਗੀ, ਉਹਨੂੰ ਹਸਪੀਟਲ ਐਡਮਿਟ ਕਰਾਇਆ, ਉਹਨੂੰ ਬਹੁਤ ਸੀਰੀਅਸ ਹੈਗੀ ਹੈ, ਮੈਨੂੰ ਨਹੀਂ ਲੱਗਦਾ ਉਹ ਬਚੇਗੀ, ਤੇ ਮੈਂ ਸਿਰਫ ਇਹ ਦੇਖ ਰਿਹਾ ਕਿ ਪੈਸੇ ਕਿਸ ਤਰ੍ਹਾਂ ਅਰੇਂਜ ਕਰਾਂ, ਅੱਗੇ ਕੀ ਕਰਨਾ ਹੈ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਜਿਸ ਵੇਲੇ ਉਸ ਬੋਗੀ ਵਿੱਚ ਸਾਰਿਆਂ ਨੇ ਇਹ ਗੱਲ ਸੁਣੀ, ਸਾਰਿਆਂ ਨੇ ਆਪਣਾ ਨਜ਼ਰੀਆ ਬਦਲ ਲਿਆ ਉਹਨਾਂ ਬੱਚਿਆਂ ਨਾਲ। ਕਿਸੇ ਨੇ ਬੜਾ ਕੇ ਗੋਦੀ 'ਚ ਬਿਠਾ ਲਿਆ, ਕਿਸੇ ਨੇ ਬਿਸਕਿਟ ਖਵਾਤੇ, ਕਿਸੇ ਨੇ ਕਿਹਾ ਚਲੋ ਮੈਂ ਤੁਹਾਨੂੰ ਇੱਕ ਪੋਇਮ ਸੁਣਾਉਂਦਾ, ਕਿਸੇ ਨੇ ਆਪਣੇ ਈਅਰਫੋਨ ਲਾ ਕੇ ਦਿੱਤੇ, ਚਲੋ ਤੁਸੀਂ ਮਿਊਜ਼ਿਕ ਸੁਣ ਲਓ। ਇੱਕ ਇਨਫੋਰਮੇਸ਼ਨ ਆਈ ਤੇ ਸਭ ਬਦਲਾਵ ਹੋ ਗਿਆ। ਉਸ ਤੋਂ ਪਹਿਲਾਂ ਜਿਸ ਗੱਲ ਤੇ ਗੁੱਸਾ ਚੱਲ ਰਿਹਾ ਸੀ, ਉਹ ਸਡਨਲੀ ਹੁਣ ਸਿੰਪੈਥੀ, ਕੰਪੈਸ਼ਨ, ਲਵ ਵਿੱਚ ਚੇਂਜ ਹੋ ਗਿਆ, ਕਿਉਂਕਿ ਇੱਕ ਐਡੀਸ਼ਨਲ ਇਨਫੋਰਮੇਸ਼ਨ ਪਤਾ ਚੱਲ ਗਈ ਕਿ ਬੱਚੇ ਜਿਹੜੇ ਹੈਗੇ ਨੇ, ਉਹਨਾਂ ਦੀ ਮਦਰ ਦੀ ਤਬੀਅਤ ਠੀਕ ਨਹੀਂ ਹੈਗੀ, ਬੱਚਿਆਂ ਨੂੰ ਕੁਝ ਨਹੀਂ ਪਤਾ, ਉਹ ਇਸ ਸ਼ਹਿਰ ਦੇ ਨਹੀਂ ਹੈਗੇ, ਸਾਰੇ ਉਹਨਾਂ ਕੋਲ ਆਉਣੇ ਸ਼ੁਰੂ ਹੋ ਗਏ। ਤੇ ਬਦਲਾਵ ਕਰਨ ਵਾਸਤੇ ਸਾਨੂੰ ਬਸ ਥੋੜੀ ਜੀ ਕੋਈ ਇੱਕ ਇਨਫੋਰਮੇਸ਼ਨ ਦੀ ਲੋੜ ਚਾਹੀਦੀ ਹੁੰਦੀ ਹੈ, ਚਾਹੇ ਕਿਸੇ ਨਾਲ ਬਦਲਾਵ ਹੋਏ, ਚਾਹੇ ਆਪਣੇ ਵਿੱਚ ਬਦਲਾਵ ਹੋਏ। ਇਸ ਦੀ ਇੱਕ ਬਹੁਤ ਹੀ ਸੁੰਦਰ ਕਿਤਾਬ ਹੈਗੀ, ਜਿਹੜੀ ਪੰਜਾਬੀ ਭਾਸ਼ਾ ਵਿੱਚ ਵੀ ਟ੍ਰਾਂਸਲੇਟ ਕੀਤੀ ਗਈ ਹੈ, ਹੋਰ 72 ਭਾਸ਼ਾਵਾਂ ਜਿਹੜੀਆਂ ਨੇ ਉਹਦੇ ਵਿੱਚ ਟ੍ਰਾਂਸਲੇਟ ਕੀਤੀ ਗਈ ਹੈ। ਉਹਦਾ ਨਾਮ ਹੈ ਹੂ ਮੂਵਡ ਮਾਈ ਚੀਜ਼। ਹੋ ਸਕਦਾ ਤੁਹਾਡੇ ਕਿਸੇ ਨੇ ਪੜ੍ਹੀ ਵੀ ਹੋਏ, ਡਾਕਟਰ ਸਪੈਂਸਰ ਜੌਨਸਨ ਦੀ ਕਿਤਾਬ ਹੈਗੀ ਹੈ। ਮੈਂ ਉਹਦੀ ਜਿਹੜੀ ਸਟੋਰੀ ਹੈ ਉਹ ਮੈਂ ਤੁਹਾਨੂੰ ਸੁਣਾਵਾਂਗੀ, ਹੁਣੇ ਦਿਖਾਵਾਂਗੀ, ਰਾਦਾ ਤੁਸੀਂ ਦੇਖ ਪਾਓਗੇ ਉਸ ਸਟੋਰੀ ਨੂੰ। ਉਹਦੇ ਵਿੱਚ ਜਦੋਂ ਤੁਸੀਂ ਸਟੋਰੀ ਦੇਖ ਰਹੇ ਹੋਗੇ, ਮੈਂ ਚਾਹਨੀ ਆ ਤੁਸੀਂ ਲਿਖੋ ਤੁਹਾਨੂੰ ਕੀ ਸਮਝ ਆ ਰਿਹਾ, ਕਿਉਂਕਿ ਉਸ ਤੋਂ ਬਾਅਦ ਅਸੀਂ ਸ਼ੇਅਰਿੰਗ ਕਰਾਂਗੇ ਕਿ ਹੁਣ ਅਸੀਂ ਕੀ ਬਦਲਾਵ ਆਪਣੇ ਵਿੱਚ ਕਰਨਾ ਹੈ। ਹੁਣ ਤੱਕ ਅਸੀਂ ਵੇਖਿਆ ਕਿ ਸਾਨੂੰ ਬਦਲਾਵ ਕਿਉਂ ਜ਼ਰੂਰੀ ਹੈ, ਅਸੀਂ ਵੇਖਿਆ ਕਿ ਸਾਨੂੰ ਬਦਲਾਵ ਵਾਸਤੇ ਜਾਂ ਜ਼ਿੰਦਗੀ ਦੇ ਹਰ ਡੋਮੇਨ ਵਿੱਚ ਕਿਹਨਾਂ ਚੀਜ਼ਾਂ ਦੀ ਲੋੜ ਹੈ। ਹੁਣ ਅੱਗੇ ਅਸੀਂ ਜਦੋਂ ਇਹ ਸਟੋਰੀ ਦੇਖਾਂਗੇ, ਤੁਸੀਂ ਆਪਣੇ ਨੋਟਪੈਡ ਵਿੱਚ ਲਿਖਣਾ ਹੈ ਕਿ ਮੈਂ ਕੀ ਬਦਲਾਵ ਆਪਣੇ ਵਿੱਚ ਕਰਨਾ ਹੈ ਤੇ ਮੈਂ ਕਿਸ ਤਰ੍ਹਾਂ ਉਹ ਬਦਲਾਵ ਕਰਾਂਗੀ। ਮੈਂ ਉਹ ਸਟੋਰੀ ਤੁਹਾਡੇ ਵਾਸਤੇ ਹੁਣੇ ਲਗਾਵਾਂਗੀ, ਤੁਸੀਂ ਉਹ ਸਟੋਰੀ ਦੇਖੋ ਤੇ ਨਾਲ ਆਪਣੇ ਨੋਟਸ ਬਣਾਓ। ਇੱਕ ਜ਼ਮਾਨੇ ਵਿੱਚ ਬਹੁਤ ਦੂਰ ਦੇ ਇਲਾਕੇ ਵਿੱਚ 4 ਛੋਟੇ ਕੈਰੈਕਟਰ ਰਹਿੰਦੇ ਸੀ, ਜੋ ਇੱਕ ਭੂਲ ਭੁਲਈਆ 'ਚ ਘੁੰਮਦੇ ਰਹਿੰਦੇ ਸੀ ਪਨੀਰ ਲੱਭਣ ਖਾਤਰ। ਤੇ ਉਹ ਪਨੀਰ ਉਹਨਾਂ ਦਾ ਖਾਣਾ ਵੀ ਸੀ ਤੇ ਉਹਨਾਂ ਦੀਆਂ ਖੁਸ਼ੀਆਂ ਵੀ। ਇਹਨਾਂ 4 ਕੈਰੈਕਟਰਸ ਵਿੱਚੋਂ 2 ਚੂਹੇ ਸੀ, ਸਨਿਫ ਤੇ ਸਕਰੀ, ਤੇ ਬਾਕੀ 2 ਛੋਟੇ ਇਨਸਾਨ ਸੀ। ਇਦਾਂ ਦੇ ਇਨਸਾਨ ਜੋ ਸਾਈਜ਼ ਵਿੱਚ ਚੂਹਿਆਂ ਜਿੰਨੇ ਹੀ ਸੀ। ਉਹਨਾਂ ਦਾ ਨਾਮ ਸੀ ਹੈਮ ਤੇ ਹੌ। ਰੋਜ਼ ਸਵੇਰੇ ਇਹ ਚਾਰੋਂ ਆਪਣੇ ਜੁੱਤੇ ਪਾ ਕੇ ਭੂਲ ਭੁਲਈਆ 'ਚ ਪਨੀਰ ਲੱਭਣ ਲਈ ਦੌੜਨ ਲੱਗ ਜਾਂਦੇ। ਚੂਹਿਆਂ ਦਾ ਸਿੱਧਾ ਸਾਦਾ ਜਿਹਾ ਤਰੀਕਾ ਸੀ। ਸਨਿਫ ਨਾਮ ਦਾ ਚੂਹਾ ਸੁੰਘਦਾ ਸੀ ਕਿ ਪਨੀਰ ਕਿੱਥੇ ਹੈ ਤੇ ਉਹ ਦੂਜੇ ਚੂਹੇ ਨੂੰ ਦੱਸਦਾ ਸੀ, ਤੇ ਸਕਰੀ ਨਾਮ ਦਾ ਚੂਹਾ ਉਸ ਡਾਇਰੈਕਸ਼ਨ 'ਚ ਦੌੜਨ ਲੱਗਦਾ ਸੀ। ਆਵਾਜ਼ ਆ ਰਹੀ ਹੈ ਨਾ ਸਾਰਿਆਂ ਨੂੰ? ਠੀਕ, ਹਾਂਜੀ ਭੈਣ ਜੀ, ਆ ਰਹੀ ਹੈ। ਠੀਕ ਹੈ ਜੀ। ਤੇ ਸਨਿਫ ਤੇ ਸਕਰੀ ਜਿਹੜੇ 2 ਚੂਹੇ ਸੀਗੇ, ਉਹਨਾਂ ਦਾ ਨਾਮ ਵੀ ਇੰਜ ਦਾ ਸੀਗਾ। ਸਨਿਫ ਮੀਨਸ ਜਿਹੜਾ ਸੁੰਘ ਸਕੇ, ਸਕਰੀ ਮੀਨਸ ਜਿਹੜਾ ਜਲਦੀ ਜਾ ਸਕੇ। ਦੋਨੋਂ ਚੂਹੇ ਟ੍ਰਾਇਲ ਐਂਡ ਐਰਰ ਦਾ ਤਰੀਕਾ ਯੂਜ਼ ਕਰਦੇ ਸੀ। ਮਤਲਬ ਉਹ ਇੱਕ ਰਸਤੇ ਅੱਗੇ ਵਧਦੇ ਤੇ ਜੇ ਚੀਜ਼ ਨਾ ਮਿਲਿਆ ਤੇ ਫਿਰ ਉਹ ਦੂਜਾ ਰਸਤਾ ਚੁਣ ਕੇ ਉੱਥੇ ਚੀਜ਼ ਲੱਭਦੇ ਤੇ ਏਦਾਂ ਟਰਾਈ ਕਰਦੇ ਰਹਿੰਦੇ। ਹੁਣ ਬਾਕੀ ਜੋ ਛੋਟੇ ਆਦਮੀ ਸੀ, ਉਹਨਾਂ ਦਾ ਤਰੀਕਾ ਥੋੜਾ ਕੰਪਲਿਕੇਟਡ ਸੀ, ਕਿਉਂਕਿ ਉਹਨਾਂ ਕੋਲ ਦਿਮਾਗ ਸੀ ਬਿਲਕੁਲ ਆਪਣੇ ਵਾਂਗੂ। ਉਹ ਬੜਾ ਦਿਮਾਗ ਲਾਉਂਦੇ ਕਿ ਕਿਵੇਂ ਉਹ ਘੱਟ ਟਾਈਮ 'ਚ ਬੈਸਟ ਰਸਤੇ ਤੋਂ ਜਾ ਕੇ ਚੀਜ਼ ਲੱਭ ਸਕਦੇ ਆ। ਇੱਕ ਦਿਨ ਉਹਨਾਂ ਚਾਰਾਂ ਨੂੰ ਹੀ ਇੱਕ ਜਗ੍ਹਾ ਤੇ ਚੀਜ਼ ਮਿਲ ਗਿਆ, ਜਿਸ ਜਗ੍ਹਾ ਦਾ ਨਾਮ ਸੀ ਪਨੀਰ ਸਟੇਸ਼ਨ ਸੀ। ਇੱਥੇ ਤਾਂ ਭੰਡਾਰ ਸੀ ਚੀਜ਼ ਦਾ, ਤੇ ਉਹਨਾਂ ਚਾਰਾਂ ਨੂੰ ਲੱਗਿਆ ਕਿ ਸ਼ਾਇਦ ਇਹ ਭੰਡਾਰ ਉਹਨਾਂ ਦੀ ਪੂਰੀ ਜ਼ਿੰਦਗੀ ਨਹੀਂ ਮੁੱਕਣਾ। ਹੁਣ ਇਹ ਸਟੇਸ਼ਨ ਸੀ ਲੱਭਣ ਤੋਂ ਬਾਅਦ
ਜਿਹੜੇ ਦੋ ਛੋਟੇ ਚੂਹੇ ਸੀ ਉਹ ਫਿਰ ਵੀ ਰੋਜ਼ ਸਵੇਰੇ ਜਲਦੀ ਉੱਠਦੇ, ਸਟੇਸ਼ਨ ਸੀ ਤੇ ਜਾਂਦੇ, ਆਪਣੇ ਜੁੱਤਿਆਂ ਨੂੰ ਆਪਣੇ ਗਲੇ ਦੇ ਆਸ-ਪਾਸ ਟੰਗਦੇ ਤੇ ਪਨੀਰ ਖਾਣਾ ਸ਼ੁਰੂ ਕਰ ਦਿੰਦੇ। ਹੁਣ ਆਪਣੇ ਜੁੱਤਿਆਂ ਨੂੰ ਆਪਣੇ ਗਲੇ ਦੇ ਆਸ-ਪਾਸ ਕਿਉਂ ਟੰਗਦੇ ਸੀ? ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਵੀ ਮੁਸੀਬਤ ਕਦੇ ਵੀ ਆ ਸਕਦੀ ਹੈ ਤੇ ਉਹਨਾਂ ਨੂੰ ਕਦੇ ਵੀ ਦੌੜਨਾ ਪੈ ਸਕਦਾ ਹੈ। ਤੇ ਜਿਹੜੇ ਉਹ ਛੋਟੇ ਇਨਸਾਨ ਸੀ, ਸਟਾਰਟਿੰਗ 'ਚ ਉਹ ਵੀ ਚੂਹਿਆਂ ਵਾਂਗੂ ਸਵੇਰੇ ਜਲਦੀ ਉੱਠਦੇ, ਬੂਟ ਕੋਲ ਰੱਖਦੇ ਤੇ ਫਿਰ ਪਨੀਰ ਖਾਂਦੇ। ਪਰ ਹੌਲੀ-ਹੌਲੀ ਉਹਨਾਂ ਨੂੰ ਲੱਗਣ ਲੱਗਿਆ ਕਿ ਇਹ ਪਨੀਰ ਕਿਹੜਾ ਕਿਤੇ ਜਾਣ ਵਾਲਾ, ਇਹਨੇ ਤਾਂ ਇੱਥੇ ਰਹਿਣਾ। ਇਸ ਲਈ ਉਹ ਥੋੜਾ ਲੇਟ ਉੱਠਣ ਲੱਗੇ। ਹੁਣ ਉਹ ਸਵੇਰ ਦੀ ਬਜਾਏ ਸ਼ਾਮ ਨੂੰ ਜਾਣ ਲੱਗੇ ਤੇ ਹੌਲੀ-ਹੌਲੀ ਉਹਨਾਂ ਨੇ ਆਪਣੇ ਬੂਟ ਵੀ ਉਤਾਰ ਕੇ ਕਿਤੇ ਖੁੰਝੇ 'ਚ ਸੁੱਟਦੇ, ਕਿਉਂਕਿ ਉਹਨਾਂ ਨੂੰ ਇਹਨਾਂ ਜੁੱਤਿਆਂ ਦੀ ਕਦੇ ਲੋੜ ਹੁਣ ਪਏਗੀ ਨਹੀਂ। ਪਰ ਜੋ ਦੋਨੋਂ ਚੂਹੇ ਸੀ ਉਹ ਹਮੇਸ਼ਾ ਸਤਰਕ ਤੇ ਰੈਡੀ ਰਹਿੰਦੇ ਸੀ। ਉਹ ਰੋਜ਼ ਸਵੇਰੇ ਆ ਕੇ ਪਨੀਰ ਨੂੰ ਧਿਆਨ ਨਾਲ ਪਰਖਦੇ ਕਿ ਪਨੀਰ ਕਿਤੇ ਸੜ ਤਾਂ ਨਹੀਂ ਗਿਆ ਤੇ ਪਨੀਰ ਕੱਲ ਕਿੰਨਾ ਸੀ ਤੇ ਅੱਜ ਕਿੰਨਾ ਰਹਿ ਗਿਆ। ਉਹਨਾਂ ਨੇ ਇਹ ਨੋਟਿਸ ਕੀਤਾ ਕਿ ਹਰ ਰੋਜ਼ ਪਨੀਰ ਥੋੜਾ-ਥੋੜਾ ਘਟਦਾ ਪਿਆ ਤੇ ਉਹਨਾਂ ਨੂੰ ਇਹ ਚੀਜ਼ ਸਮਝ ਲੱਗੀ ਕਿ ਇਹ ਭੰਡਾਰ ਪੂਰੀ ਜ਼ਿੰਦਗੀ ਨਹੀਂ ਚੱਲਣ ਵਾਲਾ ਤੇ ਹੁਣ ਉਹ ਰੈਡੀ ਹੋ ਗਏ ਕਿ ਉਹਨਾਂ ਨੂੰ ਕਦੇ ਵੀ ਦੁਬਾਰਾ ਸਟਰਗਲ ਕਰਨੀ ਪੈ ਸਕਦੀ ਹੈ। ਜੋ ਦੋਨੋਂ ਇਨਸਾਨ ਸੀ ਉਹਨਾਂ ਨੇ ਤਾਂ ਨੋਟਿਸ ਵੀ often smell your cheese so that you know when it is getting old। ਇਹਦਾ ਕੀ ਮਤਲਬ ਹੋਇਆ? ਜਦੋਂ ਬਦਲਾਵ ਆਂਦਾ ਹੈ ਉਸ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਈ ਲੋਕ ਤੁਸੀਂ ਇਹੋ ਜਿਹੇ ਵੇਖੇ ਹੋਣਗੇ, ਬਦਲਾਵ ਆ ਜਾਂਦਾ ਹੈ, ਸਭ ਕੁਝ ਹੋ ਜਾਂਦਾ ਹੈ, ਉਹ ਕਹਿੰਦੇ ਪਤਾ ਹੀ ਨਹੀਂ ਲੱਗਿਆ ਕਦੋਂ ਹੋ ਗਿਆ। ਤੁਹਾਨੂੰ ਆਪਣੀਆਂ ਅੱਖਾਂ, ਆਪਣੇ ਕੰਨ ਅਲਰਟਨੈਸ ਨਾਲ ਹਮੇਸ਼ਾ ਰਹਿਣਾ, ਦੇਖਦੇ ਹੋਏ ਕਿ ਕੀ ਬਦਲਾਵ ਆ ਰਿਹਾ, ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਜੇ ਤੁਸੀਂ ਆਰਾਮ ਨਾਲ ਬੈਠੇ ਰਹੋਗੇ ਤਾਂ ਫਿਰ ਤਾਂ ਆਰਾਮ ਨਾਲ ਬੈਠੇ ਰਹੋਗੇ। ਕੀਤਾ ਕਿ ਪਨੀਰ ਘਟਦਾ ਪਿਆ। ਦੋਨੇ ਬੰਦਿਆਂ 'ਚ ਹਉਮੈ ਆ ਗਈ ਸੀ, ਘਮੰਡ ਆ ਗਿਆ ਸੀ ਕਿ ਇਹ ਪਨੀਰ ਸਾਡਾ ਹੈ ਤੇ ਸਾਡੇ ਲਈ ਹਮੇਸ਼ਾ ਰਹੇਗਾ। ਫਿਰ ਉਹਨਾਂ ਨੇ ਸੋਚਣਾ ਵੀ ਬੰਦ ਕਰ ਦਿੱਤਾ ਕਿ ਉਹਨਾਂ ਨੂੰ ਦੁਬਾਰਾ ਕਦੇ ਸਟਰਗਲ ਵੀ ਕਰਨੀ ਪੈ ਸਕਦੀ ਹੈ। ਫਿਰ ਉਹਨਾਂ ਨੇ ਸਟੇਸ਼ਨ ਸੀ ਦੇ ਕੋਲ ਆਪਣਾ ਘਰ ਬਣਾ ਲਿਆ ਤੇ ਉੱਥੇ ਹੀ ਰਹਿਣ ਲੱਗ ਗਏ। ਤੇ ਉਹੀ ਹੋਇਆ, ਇੱਕ ਦਿਨ ਸਟੇਸ਼ਨ ਸੀ ਦਾ ਸਾਰਾ ਪਨੀਰ ਖਤਮ ਹੋ ਗਿਆ। ਜੋ ਦੋਨੇ ਚੂਹੇ ਸੀ ਉਹ ਤਾਂ ਪਹਿਲਾਂ ਤੋਂ ਹੀ ਰੈਡੀ ਸੀ। ਉਹਨਾਂ ਨੇ ਬਿਨਾਂ ਕੋਈ ਟਾਈਮ ਖਰਾਬ ਕੀਤੇ ਭੁੱਲ ਭੁਲਈਆ 'ਚ ਬਾਕੀ ਰਸਤਿਆਂ ਤੇ ਟ੍ਰਾਇਲ ਤੇ ਐਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣਾ ਹੋਰ ਪਨੀਰ ਲੱਭਣ ਲੱਗੇ। ਤੇ ਘਮੰਡ ਨੇ ਉਹਨਾਂ ਨੂੰ ਇੰਨਾ ਅੰਨਾ ਕਰਤਾ ਸੀ ਕਿ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਭੰਡਾਰ ਕਦੋਂ ਖਤਮ ਹੋ ਗਿਆ। ਪਰ ਉਹ ਕਹਿੰਦੇ ਕਿ ਅਸੀਂ ਇਹ ਜਗ੍ਹਾ ਨਹੀਂ ਛੱਡਣੀ, ਕਿਉਂਕਿ ਉਹਨਾਂ ਨੂੰ ਇੰਨਾ ਟਾਈਮ ਹੋ ਗਿਆ ਸੀ ਇੱਥੇ ਰਹਿੰਦਿਆਂ ਨੂੰ ਕਿ ਹੁਣ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਜੇ ਅਸੀਂ ਬਾਹਰ ਸਟਰਗਲ ਲਈ ਜਾਵਾਂਗੇ, ਮਤਲਬ ਜੇ ਅਸੀਂ ਭੁੱਲ ਭੁਲਈਆ 'ਚ ਜਾਵਾਂਗੇ ਤਾਂ ਕਿਤੇ ਅਸੀਂ ਗੁੰਮ ਨਾ ਹੋ ਜਾਈਏ। ਉਹ ਆਪਣੀ ਜਗ੍ਹਾ ਤੇ ਹੀ ਰਹਿਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਉੱਥੇ ਦੀ ਆਦਤ ਹੋ ਗਈ ਸੀ ਕਿ ਨਵੀਂ ਚੀਜ਼ ਕੀ ਲੈ ਕੇ ਆਏਗੀ। ਸਾਨੂੰ ਸਭ ਤੋਂ ਜ਼ਿਆਦਾ ਰੋਕਦੀ ਹੈ ਕੋਈ ਵੀ ਕੰਮ ਕਰਨ ਵਾਸਤੇ। ਕੱਲ ਤੁਸੀਂ ਜਦੋਂ ਵੱਡੇ ਹੋਗੇ, ਬਾਹਰ ਦੂਸਰੇ ਸ਼ਹਿਰਾਂ ਜਾਓਗੇ, ਇੱਕ ਦਿਮਾਗ ਜ਼ਰੂਰ ਆਏਗਾ, ਰਹਿ ਜਾਵਾਂ, ਇੱਥੇ ਹੀ ਰਹਿ ਲਾਂਗਾ, ਨਹੀਂ ਜਾਣਾ ਬਾਹਰ, ਪਤਾ ਨਹੀਂ ਕੀ ਹੋਏਗਾ। ਜਾਂ ਤੁਹਾਡੇ ਨਾਲ ਦੇ ਲੋਕੀ ਹੋ ਸਕਦਾ ਤੁਹਾਨੂੰ ਕਹਿਣ ਰਹਿਣ ਦੇ, ਨਾ ਜਾ। ਕਿਉਂਕਿ ਜਿੱਥੇ ਅਸੀਂ ਰਹਿੰਦੇ ਆ ਉੱਥੇ ਦੀ ਸਾਨੂੰ ਆਦਤ ਹੋ ਜਾਂਦੀ ਹੈ। ਆਦਤ ਹੋ ਜਾਂਦੀ ਹੈ, ਭਾਵੇਂ ਘੱਟ ਅਸੀਂ ਡਿਵੈਲਪ ਨਾ ਕਰੀਏ, ਆਪਣੇ ਆਪ ਨੂੰ ਅਪਗ੍ਰੇਡ ਨਾ ਕਰੀਏ, ਅਸੀਂ ਉੱਥੇ ਹੀ ਰਹਿੰਦੇ ਆ ਜਿੱਥੇ ਰਹਿੰਦੇ ਆ। ਕਿਉਂਕਿ ਕੰਫਰਟ, ਆਰਾਮ ਦੀ ਜ਼ਿੰਦਗੀ, ਅਸੀਂ ਆਰਾਮ ਦੀ ਜ਼ਿੰਦਗੀ ਨਹੀਂ ਦੇਖ ਰਹੇ। ਅਸੀਂ ਦੇਖ ਰਹੇ ਆ ਉਹ ਜ਼ਿੰਦਗੀ ਜਿਹਦਾ ਕੋਈ ਪਰਪਸ ਹੈ, ਜਿਹਦਾ ਕੋਈ ਮੀਨਿੰਗ ਹੈ। ਉਹ ਕੰਫਰਟ ਹੋ ਗਏ ਸੀ ਉੱਥੇ। ਬਸ ਉਹ ਚਾਹੁੰਦੇ ਸੀ ਕਿ ਕੋਈ ਚਮਤਕਾਰ ਹੋ ਜਾਏ ਤੇ ਉਹਨਾਂ ਦਾ ਪਨੀਰ ਦਾ ਭੰਡਾਰ ਦੁਬਾਰਾ ਉੱਥੇ ਵਾਪਸ ਆ ਜਾਵੇ। ਤੇ ਜਦੋਂ ਇਦਾਂ ਨਹੀਂ ਹੁੰਦਾ ਤੇ ਉਹ ਗੁੱਸਾ ਕਰਦੇ, ਚੀਕਦੇ, ਚਿল্লাਉਂਦੇ ਕਿ ਮੇਰਾ ਪਨੀਰ ਕਿਹਨੇ ਹਟਾਇਆ, ਮੇਰਾ ਪਨੀਰ ਕਿਹਨੇ ਹਟਾਇਆ। ਦੋਨੋਂ ਬੰਦੇ ਹੈਮ ਤੇ ਹੌ ਉੱਥੇ ਕਈ ਦਿਨਾਂ ਤੱਕ ਵੇਟ ਕਰਦੇ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕਦੇ ਨਾ ਕਦੇ ਪਨੀਰ ਉੱਥੇ ਵਾਪਸ ਆਊਗਾ। ਉਹ ਗੁੱਸਾ ਹੁੰਦੇ, ਚੀਕਦੇ, ਚਿল্লাਉਂਦੇ, ਸਟੇਸ਼ਨ ਸੀ ਦੀ ਦੀਵਾਰ ਭੰਨਣਾ ਸ਼ੁਰੂ ਕਰ ਦਿੰਦੇ। ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਦੀਵਾਰ ਪਿੱਛੇ ਹੋਰ ਚੀਜ਼ ਲੁਕਾਇਆ ਗਿਆ ਹੋਵੇ। ਇਸੇ ਦੌਰਾਨ ਜਿਹੜੇ ਦੋ ਚੂਹੇ ਸੀ ਉਹਨਾਂ ਨੇ ਮਿਹਨਤ ਕੀਤੀ ਤੇ ਨਵੇਂ-ਨਵੇਂ ਰਸਤੇ ਖੋਜਦੇ ਰਹੇ ਤੇ ਇੱਕ ਦਿਨ ਉਹਨਾਂ ਨੂੰ ਇੱਕ ਨਵਾਂ ਸਟੇਸ਼ਨ ਮਿਲ ਗਿਆ, ਸਟੇਸ਼ਨ ਐਨ। ਤੇ ਇੱਥੇ ਤਾਂ ਸਟੇਸ਼ਨ ਸੀ ਨਾਲੋਂ ਵੀ ਬਹੁਤ ਜ਼ਿਆਦਾ ਪਨੀਰ ਸੀ ਤੇ ਇਦਾਂ ਦੀਆਂ ਅਲੱਗ-ਅਲੱਗ ਕਿਸਮਾਂ ਜਿਹੜੀਆਂ ਉਹਨਾਂ ਨੇ ਕਦੇ ਸੋਚੀਆਂ ਵੀ ਨਹੀਂ ਸੀ। ਉਹਨਾਂ ਨੇ ਫਿਰ ਪਿਛਲੀ ਵਾਰ ਵਾਂਗੂ ਬੂਟ ਉਤਾਰੇ, ਗਲੇ ਦੇ ਆਸ-ਪਾਸ ਟੰਗੇ ਤੇ ਪਨੀਰ ਖਾਣਾ ਸ਼ੁਰੂ ਕਰ ਦਿੱਤਾ। ਤੇ ਉਹ ਦੋਨੋਂ ਇਨਸਾਨ ਉਹ ਤਾਂ ਹਲੇ ਵੀ ਸਟੇਸ਼ਨ ਸੀ ਤੇ ਇੰਤਜ਼ਾਰ ਕਰ ਰਹੇ ਸੀ, ਪਰ ਹੁਣ ਉਹ ਭੁੱਖ ਨਾਲ ਤੜਫਣ ਲੱਗੇ ਤੇ ਹੌਲੀ-ਹੌਲੀ ਹੌ ਨੂੰ ਅਹਿਸਾਸ ਹੋਇਆ ਕਿ ਜੇ ਅਸੀਂ ਉੱਥੇ ਏਦਾਂ ਹੀ ਬੈਠੇ ਰਹੇ ਫਿਰ ਤਾਂ ਕੁਝ ਨਹੀਂ ਬਣਨਾ, ਹੁਣ ਤਾਂ ਉਹਨਾਂ ਨੂੰ ਕੁਝ ਕਰਨਾ ਹੀ ਪਏਗਾ। ਹੌ ਨੇ ਸੋਚਿਆ ਕਿ ਚੱਲ ਮੈਂ ਦੁਬਾਰਾ ਭੂਲ ਭੁਲਈਆ 'ਚ ਜਾਣ ਦੀ ਕੋਸ਼ਿਸ਼ ਕਰਦਾ, ਪਰ ਜਾਣ ਤੋਂ ਪਹਿਲਾਂ ਉਹਨੂੰ ਫੇਰ ਡਰ ਲੱਗਿਆ। ਹਿੰਮਤ, ਕਿਉਂਕਿ ਜੋ ਹੋ ਰਿਹਾ ਸੀ ਉਹਦੇ ਨਾਲ ਜ਼ਿੰਦਗੀ ਹੁਣ ਨਹੀਂ ਚੱਲਣੀ ਸੀ। ਕਈ ਵਾਰੀ ਤੁਸੀਂ ਦੇਖੋ, ਜਦੋਂ ਤੱਕ ਸਾਡੇ ਨਾਲ ਕੁਝ ਐਕਸਟ੍ਰੀਮ ਨਹੀਂ ਹੋ ਜਾਂਦਾ ਅਸੀਂ ਬਦਲਦੇ ਨਹੀਂ। ਇੱਕ ਵਾਰੀ ਐਕਸਟ੍ਰੀਮ ਕੁਝ ਹੋ ਜਾਏ ਤਾਂ ਅਸੀਂ ਬਦਲਾਂਗੇ। ਲੋਕਾਂ ਨੇ ਹੁਣ ਸਾਲ ਹੋ ਗਿਆ, ਸਾਰਿਆਂ ਨੇ, ਇੰਨੇ ਸਾਰੇ ਲੋਕ ਮੈਨੂੰ ਮਿਲੇ, ਜ਼ੂਮ ਤੇ ਗੱਲ ਕਰਦੇ ਨੇ, ਫੋਨ ਤੇ ਦੱਸਦੇ ਨੇ ਕਿ ਕਿਸ ਤਰ੍ਹਾਂ ਇਸ ਸਾਲ ਨੇ ਉਹਨਾਂ ਨੂੰ ਕਿੰਨਾ ਬਦਲ ਦਿੱਤਾ। ਪਿਛਲੇ 20, 25, 30 ਸਾਲਾਂ ਨੇ ਇੰਨਾ ਨਹੀਂ ਬਦਲਿਆ ਜਿੰਨਾ ਇੱਕ ਸਾਲ ਨੇ ਬਦਲਤਾ।
ਕਿਉਂਕਿ ਸਾਡੀ ਸਿਚੁਏਸ਼ਨ ਇੰਨੀ ਐਕਸਟ੍ਰੀਮ ਹੋ ਗਈ ਸੀ ਕਿ ਸਾਨੂੰ ਬਦਲਣਾ ਹੀ ਪਿਆ। ਤੇ ਹੌ ਨੇ ਵੀ ਇਹ ਸੋਚਿਆ ਕਿ ਮੈਂ ਜੇ ਮੈਂ ਇੱਥੇ ਰਵਾਂਗਾ, ਚੀਜ਼ ਤਾਂ ਮੇਰਾ ਖਤਮ ਹੋ ਗਿਆ। ਚੀਜ਼ ਕੀ ਹੈ? ਚੀਜ਼ ਉਹ ਚੀਜ਼ ਹੈ ਜਿਹੜੀ ਮੈਨੂੰ ਬਹੁਤ ਪਸੰਦ ਹੈ, ਉਹ ਤਾਂ ਹੁਣ ਰਹੀ ਨਹੀਂ। ਹੁਣ ਜੇ ਮੈਂ ਇੱਥੇ ਰਵਾਂਗਾ ਤਾਂ ਮੈਂ ਤੇ ਮਰ ਜਾਣਾ। ਉਹ ਬਾਹਰ ਗਿਆ, ਜਦੋਂ ਬਾਹਰ ਜਾਣ ਲੱਗਾ ਉਹਨੂੰ ਡਰ ਲੱਗਿਆ। ਨੈਚੁਰਲ ਹੈ, ਫੀਅਰ ਨੈਚੁਰਲ ਹੈ। ਉਹਦੇ ਵਿੱਚ ਜੇ ਤੁਹਾਨੂੰ ਕਦੀ ਵੀ ਕਿਸੇ ਨਵੇਂ ਕੰਮ ਨੂੰ ਕਰਨ ਨੂੰ ਡਰ ਲੱਗਦਾ ਹੈ, ਉਹ ਤੁਹਾਨੂੰ ਨਹੀਂ ਲੱਗਦਾ, ਸਾਰਿਆਂ ਨੂੰ ਲੱਗਦਾ ਹੈ। ਤੁਸੀਂ ਇਕੱਲੇ ਨਹੀਂ ਹੈਗੇ ਹੋ, ਪਰ ਕੰਮ ਤਾਂ ਕਰਨਾ ਹੀ ਹੈ। ਡਰਦੇ ਡਰਦੇ ਕਰੋ, ਨਿਡਰ ਹੋ ਕੇ ਕਰੋ, ਕੰਮ ਤਾਂ ਕਰਨਾ ਹੀ ਹੈ। ਜੇ ਵਾਹਿਗੁਰੂ ਨਾਮ ਤੁਹਾਡੇ ਨਾਲ ਹੈ, ਤੁਸੀਂ ਵੈਸੇ ਹੀ ਨਹੀਂ ਡਰੋਗੇ। ਤੁਹਾਨੂੰ ਪਤਾ ਹੈ ਉਹਨਾਂ ਨੇ ਰੱਖਣੀ ਹੈ ਤੁਹਾਡੀ। ਬਹੁਤ ਟਾਈਮ ਹੋ ਗਿਆ ਮੈਂ ਬਾਹਰ ਨਹੀਂ ਗਿਆ, ਕਿਤੇ ਕੁਝ ਮਾੜਾ ਨਾ ਹੋ ਜਾਵੇ। ਪਰ ਫਿਰ ਵੀ ਉਹਨੇ ਆਪਣੇ ਆਪ ਨੂੰ ਡਰ ਤੋਂ ਅੱਗੇ ਪੁਸ਼ ਕੀਤਾ, ਕਿਉਂਕਿ ਉਹਨੂੰ ਪਤਾ ਸੀ ਕਿ ਜੇ ਹੁਣ ਵੀ ਉਹਨੇ ਕੁਝ ਨਹੀਂ ਕੀਤਾ ਫਿਰ ਤਾਂ ਉਹ ਭੁੱਖ ਨਾਲ ਮਰ ਹੀ ਜਾਏਗਾ। ਤੇ ਹੁਣ ਬਾਹਰ ਜਾਣ ਲਈ ਉਹਨੂੰ ਬੂਟ ਚਾਹੀਦੇ ਸੀ, ਤੇ ਉਹਨੂੰ ਤਾਂ ਇਹ ਯਾਦ ਵੀ ਨਹੀਂ ਸੀ ਕਿ ਉਹਨੇ ਬੂਟ ਰੱਖੇ ਕਿੱਥੇ। ਉਹਨੂੰ ਬਹੁਤ ਟਾਈਮ ਲੱਗ ਗਿਆ ਆਪਣੇ ਬੂਟ ਲੱਭਣ 'ਚ, ਪਰ ਐਟ ਦੀ ਐਂਡ ਉਹਨੂੰ ਬੂਟ ਮਿਲ ਹੀ ਗਏ। ਹੁਣ ਭੂਲ ਭੁਲੱਈਆ 'ਚ ਐਂਟਰ ਕਰਨ ਤੋਂ ਪਹਿਲਾਂ ਉਹਦੇ ਫਿਰ ਦਿਮਾਗ 'ਚ ਆਇਆ ਕਿ ਯਾਰ ਹੁਣ ਉਹ ਟਾਈਮ ਨਹੀਂ ਰਿਹਾ, ਸ਼ਾਇਦ ਮੈਨੂੰ ਥੋੜਾ ਪਹਿਲਾਂ ਸਟਾਰਟ ਕਰਨਾ ਚਾਹੀਦਾ ਸੀ। ਪਰ ਫਿਰ ਉਹ ਆਪਣੇ ਆਪ ਨੂੰ ਸਮਝਾਉਂਦਾ ਕਿ ਮੈਂ ਹੁਣ ਇਸ ਗਲਤੀ ਤੋਂ ਸਬਕ ਲਵਾਂਗਾ ਤੇ ਇਹ ਗਲਤੀ ਦੁਬਾਰਾ ਨਹੀਂ ਕਰੂੰਗਾ। ਮੈਂ ਆਪਣੇ ਆਪ ਨੂੰ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਕੱਢੂੰਗਾ। ਤਾਂ ਜਦੋਂ ਬਾਹਰ ਨਿਕਲਿਆ ਉਹਨਾਂ ਨੂੰ ਸਮਝ ਆਈ ਮੈਂ ਦੇਰ ਕਰਤੀ। ਜਦੋਂ ਉਹਨਾਂ ਨੂੰ ਇਹ ਸਮਝ ਆਈ, ਉਹਨਾਂ ਨੇ ਇਹ ਗੱਲ ਆਪਣੇ ਪੱਲੇ ਬੰਨ ਲਈ ਕਿ ਮੈਂ ਹੁਣ ਦੇਰ ਨਹੀਂ ਕਰਾਂਗਾ। ਦੇਰ ਨਹੀਂ ਕਰਾਂਗਾ, ਕਿਸ ਤਰ੍ਹਾਂ ਦੇਰ ਨਹੀਂ ਕਰਾਂਗਾ? ਹਮੇਸ਼ਾ ਆਪਣੇ ਆਪ ਨੂੰ ਪੁਸ਼ ਕਰਦਾ ਰਵਾਂਗਾ, ਥੋੜਾ ਹੋਰ ਕਰਨ ਵਾਸਤੇ, ਥੋੜਾ ਹੋਰ ਕਰਨ ਵਾਸਤੇ। ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਵਾਂਗਾ। ਇਦਾਂ ਦਾ ਸੇਮ ਬਦਲਾਅ ਅਚਾਨਕ ਜਦੋਂ ਆਏਗਾ ਤੇ ਮੈਂ ਫਿਊਚਰ ਲਈ ਰੈਡੀ ਰਹੂੰਗਾ। ਹੁਣ ਆਪਣੀ ਨਵੀਂ ਖੋਜ ਵਿੱਚ ਉਹਨੂੰ ਥੋੜਾ ਥੋੜਾ ਪਨੀਰ ਕਿਤੇ ਨਾ ਕਿਤੇ ਮਿਲਦਾ ਜਾ ਰਿਹਾ ਸੀ। ਉਹਨੂੰ ਲੱਗਣ ਲੱਗਾ ਕਿ ਸਟੇਸ਼ਨ ਸੀ ਤੋਂ ਬਾਹਰ ਵੀ ਪਨੀਰ ਮਿਲ ਸਕਦਾ ਹੈ। ਉਹਨੂੰ ਇੱਕ ਹੋਪ ਹੋ ਗਈ। ਉਹਨੇ ਥੋੜਾ ਜਿਹਾ ਪਨੀਰ ਆਪ ਖਾਧਾ ਤੇ ਥੋੜਾ ਜਿਹਾ ਆਪਣੇ ਦੋਸਤ ਹੈਮ ਲਈ ਲੈ ਗਿਆ। ਉਹਨੇ ਹੈਮ ਨੂੰ ਕਿਹਾ, ਤੂੰ ਵੀ ਮੇਰੇ ਨਾਲ ਚੱਲ, ਭੂਲ ਭੁਲੱਈਆ ਤੋਂ ਬਾਹਰ ਵੀ ਹੋਰ ਪਨੀਰ ਹੈਗਾ, ਆਪਾਂ ਨੂੰ ਮਿਲ ਜੂਗਾ। ਪਰ ਹੈਮ ਨੇ ਉਹਨੂੰ ਸਾਫ਼ ਮਨਾ ਕਰਤਾ ਕਿ ਇਹ ਨਵਾਂ ਪਨੀਰ ਮੈਨੂੰ ਪਸੰਦ ਨਹੀਂ ਆ ਰਿਹਾ, ਮੈਨੂੰ ਆਪਣਾ ਪੁਰਾਣੇ ਵਾਲਾ ਪਨੀਰ ਤੁਸੀਂ ਹੀ। ਹੈਮ ਦਾ ਐਟੀਟਿਊਡ ਦੇਖੋ। ਨਵਾਂ ਚੀਜ਼ ਉਹ ਲੈ ਕੇ ਆਇਆ ਹੋ, ਫਿਰ ਵੀ ਉਹਨੇ ਕਿਹਾ ਮੈਨੂੰ ਨਹੀਂ ਚਾਹੀਦਾ, ਮੈਨੂੰ ਉਹੀ ਪੁਰਾਣਾ ਸਮਾਂ ਚਾਹੀਦਾ, ਮੈਨੂੰ ਉਹੀ ਪੁਰਾਣੀ ਚੀਜ਼ ਚਾਹੀਦੀ ਹੈ ਜੋ ਹੁਣ ਹੈਗੀ ਨਹੀਂ। ਤੁਸੀਂ ਬਸੰਤ ਰਿਤੂ ਵਿੱਚ ਨਹੀਂ ਕਹਿ ਸਕਦੇ ਸਰਦੀਆਂ ਕਿਉਂ ਨਹੀਂ ਹੈਗੀਆਂ। ਤੁਸੀਂ ਆਟਮ ਵਿੱਚ ਨਹੀਂ ਕਹਿ ਸਕਦੇ ਸਪ੍ਰਿੰਗ ਕਿੱਥੇ ਗਿਆ। ਆਈ ਜਸਟ ਵਾਂਟ ਮਾਈ ਓਲਡ ਚੀਜ਼। ਤੁਸੀਂ ਦੇਖੋ ਆਪਣੇ ਆਪ ਦੀ ਜ਼ਿੰਦਗੀ ਵਿੱਚ, ਆਪਣੇ ਆਪ ਨੂੰ ਵੇਖੋ, ਤੁਸੀਂ ਕੀ ਹੋ? ਤੁਸੀਂ ਸਨਿਫ ਹੋ, ਸਕਰੀ ਹੋ, ਹੈਮ ਹੋ ਕਿ ਹੋ? ਐਸੇ ਨਾਲ ਤੁਹਾਨੂੰ ਆਪਣੇ ਬਾਰੇ ਬਹੁਤ ਕੁਝ ਪਤਾ ਲੱਗੇਗਾ। ਤੇ ਮੈਂ ਇੱਥੇ ਸਟੇਸ਼ਨ ਸੀ ਤੇ ਹੀ ਰਹੂੰਗਾ। ਹੁਣ ਹਾਂ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਉਹਨੂੰ ਇਸ ਨਵੇਂ ਰਸਤੇ ਤੇ ਖੁਦ ਹੀ ਚੱਲਣਾ ਪਏਗਾ, ਆਪਣੇ ਦੋਸਤ ਨੂੰ ਪਿੱਛੇ ਛੱਡ ਕੇ। ਉਹ ਭੂਲ ਭੁਲੱਈਆ 'ਚ ਨਵੇਂ-ਨਵੇਂ ਰਸਤੇ ਲੱਭਦਾ ਗਿਆ ਤੇ ਕਈ ਵਾਰ ਜਦੋਂ ਪਨੀਰ ਨਹੀਂ ਲੱਭਦਾ ਉਹਦੇ ਮਨ ਵਿੱਚ ਖਿਆਲ ਆਉਂਦਾ ਸੀ ਕਿ ਹੁਣ ਮੈਂ ਬਹੁਤ ਕਮਜ਼ੋਰ ਹੋ ਗਿਆ ਹਾਂ, ਹੁਣ ਮੇਰੇ 'ਚ ਇੰਨੀ ਤਾਕਤ ਨਹੀਂ ਰਹੀ ਕਿ ਮੈਂ ਅੱਗੇ ਵਧਾਂ। ਪਰ ਫਿਰ ਉਹ ਆਪਣੇ ਫਿਊਚਰ ਬਾਰੇ ਸੋਚਦਾ ਕਿ ਕਿਸੇ ਨਾ ਕਿਸੇ ਦਿਨ ਉਹਨੂੰ ਕਿਤੇ ਨਾ ਕਿਤੇ ਨਵੀਂ ਜਗ੍ਹਾ ਲੱਭੀ ਜਾਏਗੀ ਜਿੱਥੇ ਬਹੁਤ ਸਾਰਾ ਮੈਂ ਤੁਹਾਨੂੰ ਪਨੀਰ ਪਹਿਲੇ ਹੋਊਗਾ। ਐਗਜ਼ਾਮਪਲ ਦਿੱਤਾ 올림픽ਸ ਦਾ, ਜਿਹੜੀ ਰੇਸ ਹੁੰਦੀ ਹੈ 2 ਮਿੰਟ ਦੀ, 5 ਮਿੰਟ ਦੀ ਰੇਸ ਹੈ। 4 ਸਾਲ 8 ਸਾਲ ਲੋਕ ਉਹਦੀ ਤਿਆਰੀ ਕਰਦੇ ਨੇ। ਕਿਉਂ ਤਿਆਰੀ ਕਰ ਸਕਦੇ ਨੇ? ਉਹਨਾਂ ਇੰਨਾ ਚੋਟਾਂ ਲੱਗਦੀ ਹੈ, ਇੰਨਾ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ, ਫਿਰ ਵੀ ਉਹ ਚੱਲਦੇ ਨੇ। ਕਿਉਂ ਚੱਲਦੇ ਨੇ? ਕਿਉਂਕਿ ਉਹਨਾਂ ਨੂੰ ਉਹ ਫਿਊਚਰ ਦਿਸ ਰਿਹਾ ਹੁੰਦਾ ਹੈ, ਆਪਣਾ ਚੀਜ਼ ਦਿਸ ਰਿਹਾ ਹੁੰਦਾ ਹੈ ਕਿ ਮੈਂ 올림픽 ਵਿੱਚ ਭੱਜ ਰਿਹਾ, ਮੈਂ ਜਿੱਤਾਂਗਾ। ਉਸ ਨੂੰ ਦੇਖ ਕੇ ਉਹ ਅੱਜ ਇੰਨੀ ਪੇਨ ਲੈ ਲੈਂਦੇ ਨੇ ਕਿ ਕੋਈ ਗੱਲ ਨਹੀਂ। ਫਿਰ ਤੁਸੀਂ ਦੇਖੋ, ਜੇ ਤੁਸੀਂ ਆਪਣੀ ਹਿਸਟਰੀ ਵਿੱਚ ਜਾਓ ਤਾਂ ਸਾਡੇ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਕਿੰਨੀ ਪੇਨ ਦਿੱਤੀ, ਕਿਉਂਕਿ ਉਹਨਾਂ ਨੂੰ ਫਿਊਚਰ ਦਿਸਦਾ ਸੀ, ਪਤਾ ਸੀ ਕਿ ਸਿੱਖੀ ਕਿੱਥੇ ਜਾਏਗੀ, ਸਿੱਖ ਕਿਹਦੇ ਵਾਸਤੇ ਖੜਾ ਹੋਏਗਾ। ਇਸ ਕਰਕੇ ਜਿਹੜੀ ਪੇਨ ਹੈ ਉਹ ਵਰਥ ਹੈ, ਜਿਹੜਾ ਆਪਣਾ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਹੈ ਉਹ ਵਰਥ ਹੈ। ਤੇ ਉਹਨੂੰ ਉਮੀਦ ਹੋ ਜਾਂਦੀ, ਉਹਨੂੰ ਫਿਰ ਜੋਸ਼ ਆ ਜਾਂਦਾ ਤੇ ਫਾਈਨਲੀ ਉਹਨੂੰ ਸਮਝ ਆਉਣ ਲੱਗਾ ਕਿ ਇਹ ਤਾਂ ਸਿਰਫ ਉਹਦਾ ਡਰ ਹੈ ਜੋ ਉਸਨੂੰ ਲਾਈਫ 'ਚ ਅੱਗੇ ਵਧਣ ਤੋਂ ਰੋਕ ਰਿਹਾ। ਜਿਵੇਂ ਹੀ ਉਹ ਆਪਣੇ ਡਰ ਨੂੰ ਹਟਾਉਂਦਾ ਉਹਦੇ ਅੰਦਰ એનર્ਜੀ ਆ ਜਾਂਦੀ ਹੈ ਤੇ ਉਸਨੂੰ ਹੋਪ ਦਿਖਣੀ ਸ਼ੁਰੂ ਹੋ ਜਾਂਦੀ ਹੈ। ਹਾਂ, ਕਦੇ-ਕਦੇ ਥੋੜਾ ਡਰ ਸਹੀ ਹੈ ਕਿਉਂਕਿ ਉਹ ਸਾਨੂੰ ਖਤਰਿਆਂ ਤੋਂ ਵੀ ਬਚਾਉਂਦਾ, ਪਰ ਜ਼ਿਆਦਾਤਰ ਟਾਈਮ ਡਰ ਸਾਨੂੰ ਪਿੱਛੇ ਨੂੰ ਹੀ ਘੜੀਸਦਾ ਤੇ ਆਪਾਂ ਨਵਾਂ ਕੁਝ ਕਰ ਹੀ ਨਹੀਂ ਪਾਉਂਦੇ। ਤੇ ਏਦਾਂ ਡਰ ਕਿਸ ਚੀਜ਼ ਦਾ ਹੈ? ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਖਤਰਾ ਹੈ ਤਾਂ ਅਸੀਂ ਉਸ ਡਰ ਨੂੰ ਸੁਣਨਾ ਹੈ, ਕਿਉਂਕਿ ਸੈਲਫ ਪ੍ਰੀਜ਼ਰਵੇਸ਼ਨ ਜਿਹੜੀ ਹੈਗੀ ਹੈ ਹਿਊਮਨ ਬੀਇੰਗਸ ਦੀ, ਉਹ ਸਭ ਤੋਂ ਅੱਗੇ ਹੈ, ਸਰਵਾਈਵਲ ਜਿਹੜਾ ਹੈ। ਪਰ ਜੇ ਸਿਰਫ ਇਹ ਡਰ ਹੈ ਕਿ ਪਤਾ ਨਹੀਂ ਕੀ ਹੋਏਗਾ, ਉਸ ਡਰ ਨੂੰ ਸਾਈਡ ਰੱਖ ਕੇ ਜਾਂ ਉਹਦੇ ਨਾਲ ਅੱਗੇ ਵਧਣਾ ਹੈ।
ਅੱਗੇ ਵਧਦੇ ਫਾਈਨਲੀ ਹੌ ਨੂੰ ਵੀ ਸਟੇਸ਼ਨ N ਮਿਲ ਜਾਂਦਾ। ਉਹ ਆਪਣੇ ਦੋ ਪੁਰਾਣੇ ਦੋਸਤਾਂ ਨੂੰ ਮਿਲ ਕੇ ਤੇ ਉੱਥੇ ਨਵੇਂ ਟਾਈਪ ਦਾ ਪਨੀਰ ਦੇਖ ਕੇ ਬਹੁਤ ਖੁਸ਼ ਹੁੰਦਾ। ਹੌ ਨੇ ਵੀ ਹੁਣ ਸਨਿਫ ਤੇ ਸਕਰੀ ਵਾਂਗੂ ਬੂਟ ਗਰਦਨ ਤੇ ਹੀ ਟੰਗ ਲਏ ਤੇ ਫਿਰ ਪਨੀਰ ਖਾਣਾ ਸ਼ੁਰੂ ਕਰ ਦਿੱਤਾ। ਹੌ ਨੇ ਕਿਹਾ ਕਿ ਉਹ ਆਪਣੀ ਸਿਚੁਏਸ਼ਨ ਲਈ ਖੁਦ ਜ਼ਿੰਮੇਦਾਰ ਸੀ, ਕਿਉਂਕਿ ਉਹ ਅੜਿਆ ਹੋਇਆ ਸੀ ਆਪਣੇ ਪੁਰਾਣੇ ਹਾਲਾਤ ਤੇ। ਉਹ ਆਪਣੇ ਆਪ ਤੇ ਹੱਸ ਹੀ ਨਹੀਂ ਸੀ ਪਾ ਰਿਹਾ। ਜਿਵੇਂ ਹੀ ਉਹਨੂੰ ਸਮਝ ਲੱਗਾ ਕਿ ਉਹ ਕਿੰਨੀ ਬੇਵਕੂਫੀ ਦਾ ਕੰਮ ਕਰ ਰਿਹਾ ਸੀ, ਉੱਥੇ ਹੀ ਸਟੇਸ਼ਨ C ਤੇ ਅੜ ਕੇ ਉਹਨੂੰ ਆਪਣੇ ਆਪ ਤੇ ਹਾਸਾ ਆਉਣ ਲੱਗਿਆ। ਅਸਲ ਗੱਲ ਇਹੀ ਹੈ ਕਿ ਪਨੀਰ ਕਦੇ ਵੀ ਇੱਕ ਜਗ੍ਹਾ ਤੇ ਹਮੇਸ਼ਾ ਲਈ ਨਹੀਂ ਰਹੂਗਾ। ਕਦੇ ਨਾ ਕਦੇ ਉਸਨੇ ਖਤਮ ਹੋਣਾ ਹੀ ਹੈ ਤੇ ਇਹ ਬਦਲਾਵ ਆਊਗਾ ਹੀ। ਇਹ ਜ਼ਿੰਦਗੀ ਦਾ ਨਿਯਮ ਹੈ। ਪੁਆਇੰਟ ਇਹੀ ਨਹੀਂ ਹੈ ਕਿ ਤੁਸੀਂ ਉਸ ਬਦਲਾਵ ਤੋਂ ਦੂਰ ਭੱਜੋ। ਪੁਆਇੰਟ ਇਹ ਹੈ ਕਿ ਤੁਸੀਂ ਹਰ ਰੋਜ਼ ਧਿਆਨ ਦਿਵੋ ਕਿ ਤੁਹਾਡਾ ਪਨੀਰ ਕਿਤੇ ਜਾ ਤਾਂ ਨਹੀਂ ਰਿਹਾ, ਖਤਮ ਤੇ ਨਹੀਂ ਹੋ ਰਿਹਾ, ਕਿੰਨਾ ਕੁ ਟਾਈਮ ਤੁਹਾਡੇ ਕੋਲ ਹੋਰ ਰਹਿ ਗਿਆ ਐਕਸੈਟਰਾ। ਹੁਸ਼ਿਆਰੀ ਇਹ ਹੈ ਕਿ ਤੁਹਾਨੂੰ ਸਨਿਫ ਤੇ ਸਕਰੀ ਦੀ ਤਰ੍ਹਾਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਬਦਲਾਵ ਹੋਣ ਵਾਲਾ ਹੈ ਤੇ ਉਸੇ ਹਿਸਾਬ ਨਾਲ ਤੁਹਾਨੂੰ ਰੈਡੀ ਹੋ ਜਾਣਾ ਚਾਹੀਦਾ। ਤੇ ਚਾਹੇ ਤੁਹਾਡੇ ਹਾਲਾਤ ਕਿੰਨੇ ਵੀ ਖਰਾਬ ਹੋ ਜਾਣ, ਹਮੇਸ਼ਾ ਜ਼ਿੰਦਗੀ ਦੀ ਭੂਲ ਭੁਲੱਈਆ 'ਚ ਜੇ ਤੁਸੀਂ ਲੱਭੋਗੇ ਤਾਂ ਤੁਹਾਨੂੰ ਪਨੀਰ ਲੱਭ ਹੀ ਜਾਏਗਾ। ਤੁਹਾਨੂੰ ਸਿਰਫ ਆਪਣੇ ਡਰ ਨੂੰ ਹਟਾਉਣਾ ਤੇ ਇਹ ਸੋਚਣ ਦੀ ਬਜਾਏ ਕਿ ਤੁਹਾਡੇ ਨਾਲ ਕੁਝ ਮਾੜਾ ਹੋ ਜਾਏਗਾ, ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਕਿੰਨੀਆਂ ਵਧੀਆ ਚੀਜ਼ਾਂ ਤੁਹਾਡਾ ਹਜੇ ਵੇਟ ਕਰ ਰਹੀਆਂ ਹਨ। ਪਰ ਜੇ ਤੁਸੀਂ ਡਰ ਦੇ ਮਾਰੇ ਇੱਕੋ ਜਗ੍ਹਾ ਤੇ ਬੈਠੇ ਰਹੋਗੇ ਤਾਂ ਤੁਸੀਂ ਕਦੇ ਅੱਗੇ ਨਹੀਂ ਵੱਧ ਸਕਦੇ ਤੇ ਉੱਥੇ ਬੈਠੇ ਰੋਂਦੇ ਰਹੋਗੇ ਕਿ ਮੇਰਾ ਪਨੀਰ ਕਿਹਨੇ ਹਟਾਇਆ, ਮੇਰਾ ਪਨੀਰ ਕਿਹਨੇ ਹਟਾਇਆ। ਤੁਸੀਂ ਜ਼ਿੰਦਗੀ 'ਚ ਕਦੇ ਕੁਝ ਨਵਾਂ ਤੇ ਐਕਸਾਈਟਿੰਗ ਕਰ ਹੀ ਨਹੀਂ ਪਾਓਗੇ। ਹੌ ਚਾਹੁੰਦਾ ਸੀ ਕਿ ਉਹ ਆਪਣੇ ਦੋਸਤ ਹੈਮ ਨੂੰ ਵੀ ਆਪਣੇ ਕੋਲ ਹੀ ਬੁਲਾ ਲਵੇ, ਪਰ ਉਹਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਹੈਮ ਦਾ ਇੱਥੇ ਆਉਣ ਦਾ ਤਾਂ ਹੀ ਫਾਇਦਾ ਜੇ ਉਹ ਖੁਦ ਸੇਮ ਸਫ਼ਰ ਕਰੇਗਾ ਤੇ ਖੁਦ ਆਪਣਾ ਸਬਕ ਲਏਗਾ। ਆਪਣਾ ਸਬਕ ਤਾਂ ਜੀ ਅਸੀਂ ਆਪ ਹੀ ਲੈਣਾ ਹੈ। ਕਈ ਵਾਰੀ ਸਾਨੂੰ ਕੋਈ ਸੱਚੀ ਮੱਤ ਦਿੰਦਾ ਵੀ ਹੈ, ਚੰਗੀ ਮੱਤ ਦਿੰਦਾ ਹੈ, ਅਸੀਂ ਸੁਣਦੇ ਨਹੀਂ। ਤੇ ਹੌ ਨੂੰ ਵੀ ਇਹੀ ਸਮਝ ਆਇਆ ਕਿ ਹੈਮ ਤਾਂ ਹੀ ਸੁਣੇਗਾ ਜਦੋਂ ਉਹਨੂੰ ਸਮਝ ਆਏਗੀ। ਸੀ ਸਟੋਰੀ ਹੂ ਮੂਵਡ ਮਾਈ ਚੀਜ਼ ਦੀ। ਹੁਣ ਮੈਂ ਤੁਹਾਨੂੰ ਇਹਦੇ ਵਿੱਚੋਂ 3 ਮੇਨ ਲੈਸਨਸ ਦੱਸੂਗੀ। ਪਹਿਲਾ ਹੈ ਕਿ ਬਦਲਾਵ ਹਮੇਸ਼ਾ ਹੋਊਗਾ ਹੀ। ਇਸ ਸਾਲ ਆਪਣੇ ਸਭ ਦੀ ਲਾਈਫ 'ਚ ਬਦਲਾਵ ਹੋਇਆ ਤੇ ਇਹ ਬਦਲਾਵ ਅਸੀਂ ਲਿਆਂਦਾ ਨਹੀਂ, ਇਹ ਲਾਈਫ ਨੇ ਸਾਡੇ ਤੇ ਥੋਪ ਪਿਆ। ਇੱਕ ਮਾਮ ਵਿੱਚ ਬਹੁਤ ਅਨਸਰਟੇਨਟੀ ਹੈ ਤੇ ਆਪਾਂ ਸਭ ਕਿਸੇ ਨਾ ਕਿਸੇ ਲੈਵਲ ਤੇ ਬੁਰਾ ਟਾਈਮ ਫੇਸ ਕਰ ਰਹੇ ਹਾਂ। ਹੁਣ ਇਸ ਤਰ੍ਹਾਂ ਦੇ ਹਾਲਾਤ 'ਚ ਜਾਂ ਤਾਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਬਦਲਾਵ ਹੋਣ ਵਾਲਾ ਹੈ ਤੇ ਉਸ ਦੇ ਹਿਸਾਬ ਨਾਲ ਐਕਸ਼ਨ ਲੈ ਸਕਦੇ ਹਾਂ, ਸਨਿਫ ਤੇ ਸਕਰੀ ਦੀ ਤਰ੍ਹਾਂ, ਜਾਂ ਹੈਮ ਤੇ ਹੌ ਦੀ ਤਰ੍ਹਾਂ ਬੈਠ ਕੇ ਰੋ ਸਕਦੇ ਹਾਂ ਕਿ ਬਦਲਾਵ ਕਿਉਂ ਹੋ ਰਿਹਾ। ਪਰ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ। ਅੱਜ ਕੱਲ ਜਿਵੇਂ ਕਿਸਾਨਾਂ ਦਾ ਮਸਲਾ ਚੱਲ ਰਿਹਾ, ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਬਦਲਾਵ ਹੋਣ ਵਾਲਾ ਤੇ ਆਪਾਂ ਨੂੰ ਆਪਣੇ ਆਪ ਨੂੰ ਉਸ ਹਿਸਾਬ ਨਾਲ ਪ੍ਰਿਪੇਅਰ ਕਰ ਲੈਣਾ ਚਾਹੀਦਾ। ਕਿਤੇ ਨਾ ਕਿਤੇ ਆਪਾਂ ਡਰ ਜਾਂਦੇ ਹਾਂ ਕਿ ਜੇ ਆਪਾਂ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲਾਂਗੇ ਤਾਂ ਪਤਾ ਨਹੀਂ ਕੀ ਹੋ ਜਾਊਗਾ। ਦੇਖਿਓ ਕਿਤੇ ਤੁਸੀਂ ਸਟੇਸ਼ਨ C ਤੇ ਨਾ ਫਸੇ ਰਹਿ ਜਿਓ। ਸੈਕੰਡ ਪੁਆਇੰਟ ਹੈ, ਜਦੋਂ ਬਦਲਾਵ ਹੁੰਦਾ ਹੈ ਤੇ ਸਾਨੂੰ ਉਹਦੇ ਨਾਲ ਹੀ ਬਦਲਣਾ ਆਉਣਾ ਚਾਹੀਦਾ। ਆਪਾਂ ਹੈਮ ਤੇ ਹੌ ਦੀ ਤਰ੍ਹਾਂ ਰੋਣ ਨਹੀਂ ਬੈਠ ਸਕਦੇ। ਜਿੰਨੀ ਜਲਦੀ ਤੁਸੀਂ ਐਕਸ਼ਨ ਲਓਗੇ ਉਨੇ ਵਧੀਆ ਹੀ ਤੁਹਾਨੂੰ ਰਿਜ਼ਲਟਸ ਮਿਲਣਗੇ। ਕਈ ਵਾਰ ਏਦਾਂ ਹੁੰਦਾ ਕਿ ਕੋਈ ਐਗਜ਼ਾਮ ਹੋਣ ਵਾਲਾ ਹੁੰਦਾ, ਐਗਜ਼ਾਮ ਫਿਕਸ ਸ਼ਡਿਊਲ 'ਚ ਹੋਣਾ ਹੁੰਦਾ ਤੇ ਐਗਜ਼ਾਮ ਤੋਂ 1 ਜਾਂ 2 ਦਿਨ ਪਹਿਲਾਂ ਹੀ ਐਮਰਜੈਂਸੀ ਡੇਟ ਚੇਂਜ ਹੋ ਜਾਂਦੀ ਹੈ। ਹੁਣ ਕੁਝ ਬੱਚੇ ਹੋਣਗੇ ਜਿਹੜਾ ਕਿ ਉਹ ਪੇਪਰ ਸੁਣ ਕੇ ਰੋਣਗੇ, ਚਿল্লাਣਗੇ, ਕੰਪਲੇਂਟ ਕਰਨਗੇ, ਪਰ ਕੁਝ ਬੱਚੇ ਉਹ ਵੀ ਹੋਣਗੇ ਜਿਹੜੇ ਫਟਾਫਟ ਜਾ ਕੇ ਆਪਣੇ ਦੂਸਰੇ ਸਬਜੈਕਟ ਦੀ ਤਿਆਰੀ ਸ਼ੁਰੂ ਕਰ ਦਿੰਦੇ ਤੇ ਇੱਥੇ ਉਹ ਬੱਚੇ ਜਿਹੜੇ ਤਿਆਰੀ ਸ਼ੁਰੂ ਕਰ ਦਿੰਦੇ ਉਹ ਉਹਨਾਂ ਚੂਹਿਆਂ ਦੀ ਤਰ੍ਹਾਂ, ਤੇ ਜਿਹੜੇ ਬੱਚੇ ਰੋਣ ਬਹਿ ਜਾਂਦੇ ਨੇ ਉਸ ਬਦਲਾਵ ਨੂੰ ਅਸੈਪਟ ਨਹੀਂ ਕਰਦੇ, ਉਹ ਹੈਮ ਤੇ ਹੌ ਦੀ ਤਰ੍ਹਾਂ। ਥਰਡ ਪੁਆਇੰਟ ਹੈ, ਅਸਲ 'ਚ ਅੰਦਰੋਂ ਬਦਲੋ ਤੇ ਉਸ ਬਦਲਾਵ ਨੂੰ ਇੰਜੋਏ ਵੀ ਕਰੋ। ਹੁਣ ਆਬਵੀਅਸਲੀ ਤੁਸੀਂ ਸਿਰਫ ਸੋਚ ਕੇ ਹੀ ਟਾਈਮ ਨਹੀਂ ਕੱਢ ਸਕਦੇ ਕਿ ਮੈਨੂੰ ਬਦਲਣਾ ਹੈ, ਪਰ ਅਸਲ 'ਚ ਤੁਸੀਂ ਬਦਲਦੇ ਨਹੀਂ ਹੋ। ਇਹ ਬਹੁਤ ਕਾਮਨ ਪ੍ਰੋਬਲਮ ਹੈ ਸਭ ਦੀ। ਸਭ ਸੋਚਦੇ ਆ ਕਿ ਇਸ ਕ੍ਰਾਈਸਿਸ ਤੋਂ ਬਾਅਦ ਮੈਂ ਹੈਲਦੀ ਫੂਡ ਖਾਣਾ ਸ਼ੁਰੂ ਕਰੂੰਗਾ, ਮੈਂ ਐਕਸਰਸਾਈਜ਼ ਕਰਨਾ ਸ਼ੁਰੂ ਕਰੂੰਗਾ, ਮੈਂ ਕੋਈ ਬਿਜ਼ਨਸ ਸਟਾਰਟ ਕਰੂੰਗਾ ਐਕਸੈਟਰਾ। ਤੁਸੀਂ ਸੋਚੋ ਘੱਟ ਤੇ ਟਾਈਮ ਬਚਾ ਕੇ ਕੁਇਕਲੀ ਕੰਮ ਸਟਾਰਟ ਕਰ ਦਿਓ। ਹੁਣ ਨਵੇਂ ਰਸਤੇ ਜਦ ਤੁਸੀਂ ਕੋਈ ਚੀਜ਼ ਸਟਾਰਟ ਕਰੋਗੇ ਤਾਂ ਪ੍ਰੋਬਲਮਸ ਬਹੁਤ ਆਉਣਗੀਆਂ, ਪਰ ਤੁਹਾਨੂੰ ਹੌ ਦੀ ਤਰ੍ਹਾਂ ਆਪਣੇ ਡਰ ਨੂੰ ਕਾਬੂ 'ਚ ਰੱਖਣਾ ਤੇ ਹਮੇਸ਼ਾ ਹੋਪ ਰੱਖਣੀ ਕਿ ਜੇ ਤੁਸੀਂ ਹਿੰਮਤ ਕਰੋਗੇ ਤਾਂ ਜੋ ਚਾਹੀਦਾ ਹੈ ਉਹ ਤੁਹਾਨੂੰ ਮਿਲੇਗਾ ਜ਼ਰੂਰ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਮੈਨੂੰ ਯਕੀਨ ਹੈ ਕਿ ਤੁਹਾਨੂੰ ਹੁਣ ਤੁਸੀਂ ਮੈਨੂੰ ਦੱਸੋਗੇ ਤੁਹਾਨੂੰ ਇਹਦੇ ਵਿੱਚੋਂ ਕੀ ਸਮਝ ਆਇਆ, ਤੁਸੀਂ ਕੀ ਸਿੱਖ ਲੈ ਕੇ ਜਾ ਰਹੇ ਹੋ, ਕਿਸ ਤਰ੍ਹਾਂ ਤੁਸੀਂ ਲਾਈਫ ਵਿੱਚ ਕੀ ਬਦਲਾਵ ਲਿਆਓਗੇ, ਕਿਸ ਤਰ੍ਹਾਂ ਲੈ ਕੇ ਆਓਗੇ। ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ ਜਾਂ ਤੁਸੀਂ ਚੈਟ ਤੇ ਲਿਖ ਸਕਦੇ ਹੋ, ਤੁਹਾਨੂੰ ਜਿਵੇਂ ਕੰਫਰਟੇਬਲ ਹੈ, ਜਾਂ ਆਪਣੇ ਹੈਂਡ ਰੇਜ਼ ਕਰ ਦਿਓ ਤੇ ਮੈਂ ਤੁਹਾਨੂੰ ਅਨਮਿਊਟ ਕਰ ਦਾਂਗੀ। Yes, always stay alert and ready. That's right. Oppo A3 ਤੁਸੀਂ ਨਾਂ ਨਹੀਂ ਆਪਣਾ ਲਿਖਿਆ, ਮੈਂ ਤੁਹਾਨੂੰ ਅਨਮਿਊਟ ਕਰ ਦਿੰਨੀ ਆ ਜੀ। ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰੋ।
मैम ਅਸੀਂ ਆਪ ਸਟੋਰੀ ਤੋਂ ਸਿੱਖਿਆ ਕਿ ਆਪਾਂ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਅੱਗੇ ਵਧਣਾ ਚਾਹੀਦਾ ਹੈ। ਬਹੁਤ ਹੀ ਵਧੀਆ ਬੱਚੇ। ਤੁਹਾਡਾ ਨਾਂ ਕੀ ਹੈ ਬੱਚੇ? ਅਰਸ਼ਪ੍ਰੀਤ ਕੌਰ। ਅਰਸ਼ਪ੍ਰੀਤ ਕੌਰ। ਬਹੁਤ ਵਧੀਆ ਬੱਚੇ। ਹਾਰ ਨਹੀਂ ਕਦੀ ਮੰਨਣੀ, ਅੱਗੇ ਚੱਲਦੇ ਜਾਣਾ। ਜੀ ਪ੍ਰਭਜੋਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਵੀਡੀਓ 'ਚ ਸਿੱਖਿਆ ਕਿ ਸਾਨੂੰ ਆਪਣੀ ਮੰਜ਼ਿਲ ਤੈਅ ਕਰਕੇ ਰਸਤੇ 'ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਿਨਾਂ ਡਰੇ ਘਬਰਾਏ ਅੱਗੇ ਵਧਦੇ ਹੀ ਰਹਿਣਾ ਹੈ ਤੇ ਆਖਿਰ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਵਾਂਗੇ ਤੇ ਸਫਲਤਾ ਪ੍ਰਾਪਤ ਕਰ ਲਵਾਂਗੇ। ਟਾਈਮ ਦੇ ਨਾਲ ਆਪਣੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧੀਆ ਗੱਲ ਕੀਤੀ ਹੈ। ਆਪਣੀ ਮੰਜ਼ਿਲ ਜਿਹੜੀ ਹੈ ਉਹ ਪਤਾ ਹੋਣੀ ਚਾਹੀਦੀ ਹੈ। ਮੰਜ਼ਿਲ ਜਿਹੜੀ ਹੈ ਉਹ ਤੁਸੀਂ ਪੈਨ ਨਾਲ ਲਿਖੋ। ਇਹ ਪੈਨ ਹੈ, ਪੈਨ ਨਾਲ ਤੁਸੀਂ ਆਪਣੀ ਮੰਜ਼ਿਲ ਲਿਖਣੀ ਹੈ। ਮੈਂ ਜਾਣਾ ਕੀ ਹੈ, ਮੈਂ ਕਰਨਾ ਕੀ ਹੈ। ਪਰ ਜਿਹੜਾ ਤੁਹਾਡਾ ਰਾਸਤਾ ਹੈ, ਉਹ ਰਸਤਾ ਜਿਹੜਾ ਹੈ ਉਹ ਪੈਨਸਿਲ ਨਾਲ ਲਿਖੋ, ਕਿਉਂਕਿ ਰਸਤਾ ਤੁਹਾਨੂੰ ਬਦਲਣਾ ਪਏਗਾ। ਆਪਣੇ ਆਪ ਵਿੱਚ ਆਪਣੇ ਰਸਤੇ ਵਿੱਚ ਬਦਲਾਵ ਲਿਆਣਾ ਪਏਗਾ, ਕਿਉਂਕਿ ਸਿਚੁਏਸ਼ਨਸ ਬਦਲਦੀਆਂ ਹੈ। ਇਹੋ ਜਿਹੇ ਫੈਕਟਰਸ ਆਉਂਦੇ ਆ ਜੋ ਅਸੀਂ ਕੰਟਰੋਲ ਨਹੀਂ ਕਰ ਸਕਦੇ। ਮੰਜ਼ਿਲ ਲਿਖੀ ਜਾਏ ਪੈਨ ਵਿੱਚ, ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਜਾਣਾ ਹੈ, ਤੇ ਰਸਤਾ ਲਿਖਿਆ ਜਾਏ ਪੈਨਸਿਲ ਨਾਲ। ਜਦੋਂ ਚਾਹੋ ਤੁਸੀਂ ਮਿਟਾਓ, ਰਸਤਾ ਠੀਕ ਕਰੋ, ਕਿਉਂਕਿ ਤੁਸੀਂ ਮੰਜ਼ਿਲ ਤੇ ਪਹੁੰਚਣਾ ਹੀ ਪਹੁੰਚਣਾ ਹੈ। ਬਹੁਤ ਵਧੀਆ ਬੇਟਾ ਜੀ। ਗੁਰਨੂਰ ਕੌਰ ਜੀ, ਤੁਸੀਂ ਅਨਮਿਊਟ ਕਰੋ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਟੋਰੀ 'ਚ ਸਿੱਖਿਆ ਕਿ ਸਾਨੂੰ ਘਮੰਡ ਨਹੀਂ ਕਰਨਾ ਚਾਹੀਦਾ, ਨਾ ਹੀ ਡਰਨਾ ਚਾਹੀਦਾ। ਹਮੇਸ਼ਾ ਸਟਰਗਲ ਕਰਨੀ ਚਾਹੀਦੀ ਆ, ਹਿੰਮਤ ਕਰਨੀ ਚਾਹੀਦੀ ਆ ਤੇ ਬਦਲਾਅ ਜ਼ਿੰਦਗੀ 'ਚ ਜ਼ਰੂਰੀ ਆ ਤੇ ਮੰਜ਼ਿਲ ਤੱਕ ਪਹੁੰਚਣ ਲਈ ਸਾਡੇ ਰਾਸਤੇ ਵਿੱਚ ਅੜਚਣਾਂ ਆਉਂਦੀਆਂ ਹੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ। ਡਰਨਾ ਨਹੀਂ ਹੈ। ਹੁਣ ਤੁਸੀਂ ਜਿਹੜੇ ਅੱਗੇ ਸ਼ੇਅਰਿੰਗ ਕਰ ਰਹੇ ਨੇ, ਮੈਨੂੰ ਇਹ ਦੱਸਣਗੇ ਕਿ ਤੁਸੀਂ ਕੀ ਬਦਲਾਵ ਆਪਣੇ ਵਿੱਚ ਲੈ ਕੇ ਆਓਗੇ ਤੇ ਕਿਸ ਤਰ੍ਹਾਂ ਲੈ ਕੇ ਆਓਗੇ। ਸਟੋਰੀ ਦੇ ਨਾਲ ਤੁਸੀਂ ਕੀ ਸਿੱਖਿਆ, ਤੁਸੀਂ ਕਿਹੜਾ ਬਦਲਾਵ ਲੈ ਕੇ ਆਣਾ ਹੈ ਤੇ ਕਿਸ ਤਰ੍ਹਾਂ ਲੈ ਕੇ ਆਣਾ ਹੈ। ਹਰਮਨਪ੍ਰੀਤ ਜੀ, ਤੁਸੀਂ ਬੋਲੋ। ਵਾਹਿਗੁਰੂ ਜੀ, ਮੈਨੂੰ ਇਸ ਸਟੋਰੀ ਤੋਂ ਇਹ ਸਿੱਖਿਆ ਮਿਲੀ ਕਿ ਜਦੋਂ ਵੀ ਬਦਲਾਵ ਆਉਂਦਾ ਸਾਨੂੰ ਇਸ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ, ਤੇ ਜਦੋਂ ਵੀ ਆਪਾਂ ਬਦਲਾਵ ਦੇ ਰਸਤੇ ਵਿੱਚ ਆਪਾਂ ਅੱਗੇ ਵਧਦੇ ਹਾਂ ਤਾਂ ਸਾਨੂੰ ਉਹ ਜਿਹੜੀਆਂ ਮੁਸ਼ਕਿਲਾਂ ਨੂੰ ਮੁਸ਼ਕਿਲਾਂ ਨਾ ਸਮਝ ਕੇ ਇੰਜੋਏ ਕਰਦੇ ਹੋਏ ਆਪਣੀ ਲਾਈਫ ਵਿੱਚ ਅੱਗੇ ਵਧਣਾ ਚਾਹੀਦਾ ਤੇ ਉਸਨੂੰ ਬੋਝ ਨਹੀਂ ਸਮਝਣਾ ਚਾਹੀਦਾ। ਜੀ ਹਰਮਨ ਜੀ, ਤੁਸੀਂ ਸਹੀ ਕਹਿ ਰਹੇ ਹੋ। ਬੋਝ ਨਹੀਂ ਸਮਝਣਾ ਚਾਹੀਦਾ, ਅੱਗੇ ਵਧਣਾ ਹੀ ਵਧਣਾ ਹੈ। ਤੇ ਇੱਥੇ ਚੈਟ ਵਿੱਚ ਜਾਨਵੀਰ ਕੌਰ ਜੀ ਨੇ ਲਿਖਿਆ ਹੈ ਕਿ ਸਾਨੂੰ ਸਨਿਫ ਤੇ ਸਕਰੀ ਬਣਨਾ ਹੈ ਤਾਂ ਕਿ ਅਸੀਂ ਦੇਖ ਸਕੀਏ ਚੇਂਜ ਆਉਣ ਤੋਂ ਪਹਿਲਾਂ। ਜਿਵੇਂ ਹਰਮਨ ਜੀ ਨੇ ਵੀ ਕਿਹਾ, ਤੁਸੀਂ ਦੇਖ ਸਕੋ ਕਿ ਚੇਂਜ ਆਉਣ ਵਾਲਾ ਹੈ, ਉਸ ਹਿਸਾਬ ਨਾਲ ਤੁਸੀਂ ਬਦਲਦੇ ਜਾਓ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ, ਬਾਕੀ ਜਿਹੜੇ ਬੱਚੇ ਸ਼ੇਅਰ ਕਰਨਗੇ ਉਹ ਮੈਨੂੰ ਇਹ ਦੱਸਣਗੇ ਕਿ ਤੁਸੀਂ ਆਪਣੇ ਲਾਈਫ ਵਿੱਚ ਕੀ ਬਦਲਾਵ ਲਿਆਓਗੇ ਇਸ ਸਟੋਰੀ ਤੋਂ ਬਾਅਦ ਤੇ ਕਿਸ ਤਰ੍ਹਾਂ ਲੈ ਕੇ ਆਓਗੇ। ਅਨਮੋਲਦੀਪ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਨੂੰ ਨਾ ਇਹ ਜਾਣੀ ਕਿ ਵੀਡੀਓ ਦੇਖ ਕੇ ਇਦਾਂ ਮਹਿਸੂਸ ਹੋਇਆ ਵੀ ਸਾਨੂੰ ਲੇਟਰਲ ਥਿੰਕਿੰਗ ਰੱਖਣੀ ਚਾਹੀਦੀ ਹੈ। ਮੈਨੂੰ ਐਂ ਲੱਗਿਆ ਭੈਣ ਜੀ ਵੀ ਲੇਟਰਲ ਥਿੰਕਿੰਗ ਰੱਖਣੀ ਚਾਹੀਦੀ, ਭਾਵ ਕਿ ਜਿਹੜਾ ਵੀ ਕੁਛ ਅਸੀਂ ਕਰਦੇ ਹਾਂ ਨਾ, ਜਾਣੀ ਕਿ ਸਾਨੂੰ ਜਿੱਥੇ ਲੋਕ 9% ਸੋਚਦੇ ਉੱਥੇ ਸਾਨੂੰ 20% 15% ਸੋਚਣਾ ਚਾਹੀਦਾ, ਭਾਵ ਕਿ ਦੁਨੀਆ ਤੋਂ ਵੱਖਰਾ ਤੇ ਜ਼ਿਆਦਾ ਸੋਚਣਾ ਚਾਹੀਦਾ। ਮੈਨੂੰ ਐਂ ਲੱਗਿਆ। ਤੇ ਸੋਚਣਾ ਹੀ ਨਹੀਂ, ਐਕਟ ਵੀ ਕਰਨਾ ਚਾਹੀਦਾ। ਨਹੀਂ ਭੈਣ ਜੀ, ਉਹ ਐਕਟ ਵੀ ਚਲੋ ਕਰ ਲੈਂਦੇ, ਪਰ ਜੇ ਆਪਾਂ ਸੋਚਦੇ ਘੱਟ ਆ ਤੇ ਜੇ ਆਪਾਂ ਸੋਚਾਂਗੇ ਤਾਂ ਐਕਟ ਵੀ ਆਪਾਂ ਨੂੰ ਕਰਨਾ ਜ਼ਰੂਰੀ ਹੈ। ਇਹ ਪੁਆਇੰਟ ਮੇਰੇ ਸਕਿਪ ਹੋ ਗਿਆ ਮਾਈਂਡ ਤੋਂ। ਤੇ ਪਰ ਮੈਨੂੰ ਇਹ ਲੱਗਿਆ ਵੀ ਲੇਟਰਲ ਥਿੰਕਿੰਗ ਜ਼ਰੂਰੀ ਹੈ ਆਪਣੀ ਲਾਈਫ ਵਿੱਚ। ਲੈਟਰਲ ਥਿੰਕਿੰਗ ਬਹੁਤ ਜ਼ਰੂਰੀ ਹੈ। ਥੈਂਕ ਯੂ ਅਨਮੋਲ ਜੀ। ਜੀ ਮਨਦੀਪ ਜੀ, ਅਨਮਿਊਟ ਕਰੋ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਸਾਨੂੰ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਸਾਨੂੰ ਮੰਜ਼ਿਲ ਪਤਾ ਹੋਣੀ ਚਾਹੀਦੀ ਹੈ, ਰਸਤਾ ਬਦਲੇਗਾ ਤੇ ਅਸੀਂ ਮਿਹਨਤ ਸਦਾ ਕਰਦੇ ਰਹੀਏ। ਸਾਡਾ ਰਸਤਾ ਜਿਵੇਂ ਚੇਂਜ ਹੁੰਦਾ ਹੈ ਤਾਂ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ ਤੇ ਸਾਨੂੰ ਰੈਡੀ ਰਹਿਣਾ ਚਾਹੀਦਾ। ਕੋਈ ਵੀ ਚੇਂਜਸ ਆਉਂਦੀਆਂ ਨੇ ਤੇ ਕੋਈ ਵੀ ਚੇਂਜ ਆਉਂਦਾ ਤਾਂ ਉਹਨੂੰ ਐਕਸੈਪਟ ਕਰਨਾ ਚਾਹੀਦਾ ਹੈ ਤੇ ਇੰਜੋਏ ਕਰਕੇ ਅੱਗੇ ਵਧਣਾ ਚਾਹੀਦਾ ਹੈ ਤੇ ਸਾਨੂੰ ਅੱਗੇ ਦੀ ਅੱਗੇ ਪੁਸ਼ ਕਰਨਾ ਚਾਹੀਦਾ ਹੈ ਤੇ ਕੰਫਰਟ ਜ਼ੋਨ ਤੋਂ ਜਿਹੜਾ ਬਾਹਰ ਨਿਕਲਣਾ ਹੈ। ਕੰਫਰਟ ਜ਼ੋਨ ਵਿੱਚ ਰਹਿਣਾ ਹੀ ਨਹੀਂ,
ਜਦੋਂ ਵੀ ਹਲਕਾ ਜਿਹਾ ਕੰਫਰਟ ਹੋਏ ਕੁਝ ਨਾ ਕੁਝ ਨਵਾਂ ਕੰਮ ਕਰ ਲਓ, ਕੋਈ ਨਵੀਂ ਚੀਜ਼ ਲੈ ਲਓ। ਤੁਸੀਂ ਨਵੀਆਂ ਚੀਜ਼ਾਂ ਕਰਦੇ ਰਹੋਗੇ, ਕੰਫਰਟ ਜ਼ੋਨ ਵਿੱਚ ਕਦੀ ਆਓਗੇ ਨਹੀਂ, ਹਮੇਸ਼ਾ ਅੱਗੇ ਵਧਦੇ ਰਹੋਗੇ। ਤੁਸੀਂ ਚੇਂਜ ਤੋਂ ਪਹਿਲਾਂ ਚੇਂਜ ਹੋ ਜਾਓਗੇ। ਬਹੁਤ ਵਧੀਆ ਬੇਟਾ। ਸਿਮਰਨਜੀਤ, ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਸਾਨੂੰ ਸਟੋਰੀ ਤੋਂ ਸਿੱਖਣ ਲਈ ਮਿਲਿਆ ਹੈ ਵੀ ਸਾਨੂੰ ਜਦੋਂ ਅਸੀਂ ਆਪਣੇ ਰਾਹ ਤੇ ਪੈ ਗਏ ਵੀ ਅਸੀਂ ਮੰਜ਼ਿਲ ਤੇ ਪਾਣੀ ਪਾਉਣਾ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡੇ ਬਾਰੇ ਲੋਕ ਕੀ ਸੋਚ ਰਹੇ ਨੇ, ਕਿਉਂਕਿ ਜੇ ਅਸੀਂ ਵੀ ਸੋਚਣ ਲੱਗੇ ਤਾਂ ਲੋਕ ਕੀ ਸੋਚੂਗੇ। ਇਸ ਕਰਕੇ ਮੈਮ ਕਿਉਂਕਿ ਚੇਂਜ ਤਾਂ ਹਰ ਇੱਕ ਦੀ ਲਾਈਫ 'ਚ ਆਉਂਦਾ ਹੈ ਤੇ ਚੇਂਜ ਜਿਹੜਾ ਹੈਗਾ ਇੰਪੋਰਟੈਂਟ ਹੈ, ਤੇ ਜਦੋਂ ਚੇਂਜ ਆਉਂਦਾ ਫਿਰ ਡਰ ਉਹ ਤੋਂ ਪਹਿਲਾਂ ਆ ਜਾਂਦਾ ਹੈ। ਤੇ ਡਰਨਾ ਨਹੀਂ ਹੈਗਾ, ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ, ਤੇ ਆਪਣੀ ਜਿਹੜੀ ਮੰਜ਼ਿਲ ਤੁਸੀਂ ਗੋਲ ਰੱਖ ਲਿਆ ਵੀ ਤੇ ਪਹੁੰਚਣਾ ਤਾਂ ਪਹੁੰਚਣਾ ਹੀ ਪਹੁੰਚਣਾ ਹੈ। ਤੇ ਮੈਮ ਹੈਮ ਵਾਂਗੂ ਅਸੀਂ ਆਲਸੀ ਨਹੀਂ ਬਣ ਕੇ ਰਹਿਣਾ ਹੈਗਾ ਤੇ ਸਨਿਫ ਤਸਕਰੀ ਬਣਨਾ ਹੈ। ਥੈਂਕ ਯੂ ਜੀ। ਥੈਂਕ ਯੂ। ਆਲਸੀ ਨਹੀਂ ਬਣਨਾ, ਆਸ ਰੱਖਣੀ ਹੈ, ਆਲਸੀ ਨਹੀਂ ਬਣਨਾ। ਬਹੁਤ ਵਧੀਆ ਜੀ। ਰਮਨਜੋਤ ਕੌਰ ਜੀ। ਵਾਹਿਗੁਰੂ ਜੀ, ਸਾਨੂੰ ਇਸ ਤੋਂ ਸਿੱਖਿਆ ਮਿਲੀ ਹੈ ਕਿ ਸਾਨੂੰ ਆਪਣੇ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਨਿਕਲਣਾ ਹੈ, ਅਤੇ ਜੋ ਵੀ ਪ੍ਰੋਬਲਮ ਚੇਂਜ ਹੋਊਗਾ ਤਾਂ ਓਬਵੀਅਸ ਹੈ ਕਿ ਪ੍ਰੋਬਲਮਸ ਵੀ ਆਉਣਗੀਆਂ, ਤਾਂ ਉਸ ਪ੍ਰੋਬਲਮ ਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ, ਕਿਉਂਕਿ ਸਿੱਖ ਦਾ ਇਹੀ ਫਰਜ਼ ਹੁੰਦਾ ਕਿ ਹਰੇਕ ਪ੍ਰੋਬਲਮ ਨੂੰ ਡਟ ਕੇ ਸਾਹਮਣਾ ਕਰਨਾ। ਸੋ ਸਾਨੂੰ ਮੁਸੀਬਤ ਦੇ ਕੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਕਿ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਅੱਗੇ ਵੱਧ ਕੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਜੀ। ਗਗਨਦੀਪ ਜੀ, ਜਸਪ੍ਰੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਜਦੋਂ ਵੀ ਕੋਈ ਕੰਮ ਕਰਨ ਬਾਰੇ ਸੋਚਾਂਗੀ ਤਾਂ ਉਸਨੂੰ ਕਰਨ ਦੇ ਵਿੱਚ ਦੇਰੀ ਨਹੀਂ ਕਰਾਂਗੀ, ਹਮੇਸ਼ਾ ਆਸ਼ਾਵਾਦੀ ਰਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਗੱਲ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਅਪਣਾ ਸਕਦੇ ਹਾਂ, ਇਹ ਸਾਨੂੰ ਇਹਨਾਂ ਨੇ ਦੱਸਿਆ ਕਿ ਆਪਣੇ ਲਾਈਫ ਵਿੱਚ ਦੇਰੀ ਨਹੀਂ ਕਰਨੀ, ਆਸ ਰੱਖਣੀ ਤੇ ਚੱਲਦੇ ਰਹਿਣਾ, ਅੱਗੇ ਵਧਦੇ ਰਹਿਣਾ, ਚੇਂਜ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ। ਪ੍ਰਬਲੀਨ ਕੌਰ ਜੀ। ਜੀ ਬੇਟਾ। ਮੈਮ ਅਸੀਂ ਪਾਸਟ ਨੂੰ ਪਿੱਛੇ ਛੱਡ ਕੇ ਅੱਗੇ ਵਧਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਪਾਸਟ ਦੇ ਵਿੱਚ ਜੋ ਅਸੀਂ ਕੀਤਾ ਉਸ ਤੋਂ ਵੀ ਅਸੀਂ ਵਧੀਆ ਕਰੀਏ। ਬਹੁਤ ਵਧੀਆ ਗੱਲ ਹੈ। ਪਾਸਟ ਨੂੰ ਪਾਸ ਹੀ ਰੱਖਣਾ ਹੈ, ਪਾਸਟ ਹੀ ਰੱਖਣਾ ਹੈ, ਪਾਸ ਨਹੀਂ ਰੱਖਣਾ। ਉਹ ਜੋ ਹੋ ਗਿਆ ਉਹਦੇ ਤੋਂ ਸਿੱਖਿਆ ਲਈ ਤੇ ਅੱਗੇ ਵਧ ਗਏ। ਨਮਨਦੀਪ ਕੌਰ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਸਟੋਰੀ ਤੋਂ ਇਹ ਸਿੱਖਿਆ, ਜੇ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਜ਼ਰੂਰ ਪੂਰਾ ਹੋਊਗਾ। ਸਾਨੂੰ ਹਮੇਸ਼ਾ ਹਿੰਮਤ ਰੱਖਣੀ ਚਾਹੀਦੀ, ਸਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ, ਸਾਨੂੰ ਹਰ ਵੇਲੇ ਨੀਡਰ ਹੋ ਕੇ ਰਹਿਣਾ ਚਾਹੀਦਾ, ਸਾਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ, ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਸਾਨੂੰ ਆਪਣੀ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਰਹੋ, ਸਫਲਤਾ ਪ੍ਰਾਪਤ ਕਰ ਦੋ, ਉਹਦੇ ਵਾਸਤੇ ਕੰਮ ਕਰਨਾ ਪੈਂਦਾ ਹੈ, ਉਹਦੇ ਤੋਂ ਬਿਲਕੁਲ ਵੀ ਕਦੀ ਵੀ ਨਹੀਂ ਘਬਰਾਣਾ। ਅਸੀਂ ਲਾਸਟ ਸ਼ੇਅਰਿੰਗ ਲਵਾਂਗੇ ਕਿਉਂਕਿ 5 ਵਜਣ ਵਾਲੇ ਨੇ। ਇਹਨਾਂ ਨੇ ਨਾਂ ਆਪਣਾ ਨਹੀਂ ਲਿਖਿਆ ਹੋਇਆ। QCOM BTD ਜੀ। ਬੋਲੋ ਜੀ, ਨਾਂ ਦੱਸੋ ਪਹਿਲਾਂ ਆਪਣਾ। ਮੇਰਾ ਨਾਮ ਹਰਪ੍ਰੀਤ ਕੌਰ ਹੈ। PB ਨੰਬਰ 12055 ਹੈ। ਮੈਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਨੂੰ ਅੱਜ ਸਿੱਖਿਆ ਇਹ ਮਿਲੀ ਹੈ ਕਿ ਸਾਨੂੰ ਕਿਸੇ ਦੇ ਔਗਣ ਦੇਖਣ ਦੀ ਬਜਾਏ ਸਾਨੂੰ ਆਪਣੇ ਔਗਣ ਦੇਖਣੇ ਚਾਹੀਦੇ। ਸਾਡੇ ਚ ਕੀ ਕਮੀ ਰਹਿ ਗਈ ਹੈ, ਕਿਸ ਕਾਰਨ ਅਸੀਂ ਵੀ ਸਫਲ ਨਹੀਂ ਹੋ ਸਕੇ, ਸਾਨੂੰ ਉਹ ਆਪਣੀ ਅੰਦਰੋਂ ਕਮਜ਼ੋਰੀ ਦੂਰ ਕਰਨੀ ਚਾਹੀਦੀ ਹੈ ਤੇ ਅੱਗੇ ਵਧਣਾ ਚਾਹੀਦਾ ਹੈ। ਅਤੇ ਸਾਨੂੰ ਵੀ ਅਗੇ ਸਮੇਂ ਦੇ ਨਾਲ ਨਾਲ ਸਾਨੂੰ ਆਪਣੇ ਆਪ ਨੂੰ ਚ ਵੀ ਚੇਂਜ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਗੁਰੂ ਦੀ ਸਿੱਖਿਆ ਦਿੱਤੀ ਹੋਏ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਇੰਨੀਆਂ ਚੰਗੀਆਂ ਗੱਲਾਂ ਦੱਸ ਰਹੇ ਹੋ, ਮੇਰਾ ਮਨ ਹੈ ਮੈਂ ਸਾਰਿਆਂ ਨੂੰ ਸੁਣਾ, ਬਟ 5 ਵੱਜ ਗਏ ਨੇ ਤੇ ਤੁਹਾਡੇ ਇੱਥੇ ਆ ਕੇ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਜਿੰਨਾ ਮੈਨੂੰ ਥੋੜਾ ਪਤਾ ਹੈ ਉਹ ਸਭ ਸਾਂਝਾ ਕਰਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਹਰ ਵਾਰੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਫਿਰ ਓਪਰਚੁਨਿਟੀ ਦਿੱਤੀ, ਤੇ ਜਿਹੜਾ ਉਪਰਾਲਾ ਲਿਆ ਹੈ ਐਜੂਕੇਟ ਪੰਜਾਬ ਟਰਸਟ ਨੇ, ਉਹਦਾ ਤਾਂ ਕੀ ਮੈਂ ਕਹਾਂ, ਇੰਨਾ ਤੁਸੀਂ ਕੰਮ ਕਰਦੇ ਹੋ, ਇੰਨੀ ਸੇਵਾ ਕਰਦੇ ਹੋ। ਗੁਰਪ੍ਰੀਤ ਵੀਰ ਜੀ, ਓਵਰ ਟੂ ਯੂ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ। ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ ਭੈਣ ਜਸਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਕੈਂਪ ਵਿੱਚ ਬੱਚਿਆਂ ਨਾਲ ਬਹੁਤ ਸੋਹਣੀਆਂ ਆਪਣੇ ਜੀਵਨ ਨੂੰ ਬਦਲਾਉਣ ਦੇ ਲਈ ਵਿਚਾਰਾਂ ਕੀਤੀਆਂ ਨੇ। ਸੋ ਆਸ ਕਰਦੇ ਹਾਂ ਜੋ ਭੈਣ ਜੀਆਂ ਨੇ ਅੱਜ ਦਾ ਵਿਸ਼ਾ ਲਿੱਤਾ ਸੀ, ਨਵਾਂ ਅਕਾਦਮਿਕ ਵਰ੍ਹਾ ਕੀ ਬਦਲਾਅ ਮੈਂ ਆਪਣੇ ਆਪ 'ਚ ਕਰਾਂ, ਵੀ ਬੱਚੇ ਜ਼ਰੂਰ ਆਪਣੇ ਆਪ ਵਿੱਚ ਬਦਲਾਅ ਕਰਨਗੇ। ਸੋ ਕਾਫੀ ਬੱਚਿਆਂ ਦੇ ਵਿੱਚ ਚੇਂਜ ਵੀ ਦਿਸਿਆ ਪਿਛਲੇ ਲੋਕਡਾਊਨ ਦੇ ਵਿੱਚੋਂ,
ਬੱਚੇ ਗੁਜ਼ਰਦੇ ਹੋਏ ਜ਼ੂਮ ਐਪ ਦੇ ਰਾਹੀਂ ਜੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਚੱਲ ਰਹੀਆਂ ਕਲਾਸਾਂ ਦੇ ਵਿੱਚ ਹਿੱਸਾ ਲੈਂਦੇ ਨੇ, ਕਾਫੀ ਚੇਂਜ ਬੱਚਿਆਂ ਦੇ ਵਿੱਚ ਆਇਆ। ਸੋ ਵਾਹਿਗੁਰੂ ਕਿਰਪਾ ਕਰੇ, ਇਹਨਾਂ ਬੱਚਿਆਂ ਨੂੰ, ਸਮੁੱਚੀ ਟੀਮ ਨੂੰ ਵੱਧ ਤੋਂ ਵੱਧ ਆਪਣੇ ਆਪ ਨੂੰ ਬਦਲਣ ਦਾ ਮਾਲਕ ਚੜ੍ਹਦੀ ਕਲਾ ਵਾਲਾ ਵਿਸ਼ਾ ਸਾਡੀ ਜ਼ਿੰਦਗੀ 'ਚ ਬਖਸ਼ੇ। ਸੋ ਅਸੀਂ ਭੈਣ ਜੀ ਦਾ ਸਮੁੱਚੀ ਟੀਮ ਵੱਲੋਂ ਦੁਬਾਰਾ ਫੇਰ ਧੰਨਵਾਦ ਕਰਦੇ ਹਾਂ। ਸੋ ਜਿਨ੍ਹਾਂ ਵੀਰ ਜੀਆਂ ਨੇ, ਭੈਣ ਜੀਆਂ ਦੇ ਦਰਸ਼ਨ ਕਰਵਾਏ ਨੇ ਬੱਚਿਆਂ ਨੂੰ, ਸਮੁੱਚੀ ਟੀਮ ਨੂੰ, ਵੀਰ ਜਸਵੀਰ ਸਿੰਘ ਜੀ ਤਲਵੰਡੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਬੱਚਿਆਂ ਨੂੰ ਬੇਨਤੀ ਹੈ, ਬੇਟਾ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਗੁਰਬਾਣੀ ਨਾਲ ਜੁੜੇ ਹੋ, ਹੋਰ ਵੀ ਜੁੜੋ ਤੇ ਅੱਗੇ ਵੱਧ ਤੋਂ ਵੱਧ ਆਪਣੇ ਵਰਗੇ ਹੋਰ ਬੱਚਿਆਂ ਨੂੰ, ਆਪਣੇ ਮਾਪਿਆਂ ਨੂੰ, ਜਾਂ ਮਾਪੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਨ, ਕਿਉਂਕਿ ਸਾਡੀ ਜ਼ਿੰਦਗੀ ਦੀ ਸਭ ਤੋਂ ਵਧੀਆ ਵੈਕਸੀਨ ਗੁਰਬਾਣੀ ਹੈ। ਗੁਰਬਾਣੀ ਸਾਡੇ ਮਨ ਦੇ ਫੁਰਨਿਆਂ ਨੂੰ ਚੇਂਜ ਕਰ ਦਿੰਦੀ ਆ। ਜਦੋਂ ਮਨ ਦੇ ਫੁਰਨੇ ਸਾਡੇ ਬਦਲ ਗਏ ਤੇ ਜ਼ਿੰਦਗੀ ਇੱਕਦਮ ਬਦਲ ਜਾਂਦੀ ਆ, ਜਿਸ ਨੂੰ ਕਿਹਾ ਜਾਂਦਾ ਸੋਚ ਬਦਲੋ ਸਮਾਜ ਬਦਲੋ, ਜਾਂ ਇਹਨੂੰ ਆਪਾਂ ਇਉਂ ਵੀ ਲੈ ਸਕਦੇ ਹਾਂ, ਸੋਚ ਬਦਲੋ ਆਪਣੇ ਆਪ ਨੂੰ ਬਦਲੋ। ਸੋ ਵਾਹਿਗੁਰੂ ਭਲਾ ਕਰੇ। ਸਾਰੇ ਬੱਚਿਆਂ ਨੂੰ ਬੇਨਤੀ ਵੀ ਆਪਣੇ ਆਪ ਨੂੰ ਜ਼ਰੂਰ ਬਦਲਣਾ ਹੈ, ਤੇ ਨਾਲ ਹੀ ਬੱਚਿਆਂ ਨੂੰ ਬੇਨਤੀ ਆ ਰੋਜ਼ਾਨਾ ਜਾਪ ਸੇਵਾ, ਰੋਜ਼ਾਨਾ ਕੀਰਤਨ ਸੇਵਾ ਉਹ ਵੱਧ ਤੋਂ ਵੱਧ ਬੱਚੇ ਲੈਣ, ਤੇ ਜੋ ਨੰਬਰ ਨੇ ਉਹ ਸ਼ੇਅਰ ਕੀਤੇ ਜਾਣਗੇ, ਤੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜੇ ਤੁਸੀਂ ਜ਼ੋਨ ਦੇ ਹੋ, ਜਿਸ ਇਲਾਕੇ ਦੇ ਹੋ, ਤਾਂ ਆਪੋ ਆਪਣੇ ਕਨੈਕਟ ਕਰਕੇ ਤੇ ਜ਼ਰੂਰ ਦੱਸਣਾ ਬੱਚਿਆਂ ਨੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਭੈਣ ਜੀ ਦਾ ਧੰਨਵਾਦ ਸਮੁੱਚੀ ਟੀਮ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ